ਰਿਆਸਤ ਜੰਮੂ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਦੋ ਬੁੱਢੇ ਰਹਿੰਦੇ ਸਨ। ਇੱਕ ਦਾ ਨਾਂ ਰਾਮਦਾਸ ਤੇ ਦੂਜੇ ਦਾ ਨਾਂ ਸ਼ਾਮਦਾਸ ਸੀ। ਇਹਨਾਂ ਦੋਹਾਂ ਨੇ ਕਿਸੇ ਆਪਾਤਕਾਲ ਵਿੱਚ ਸੁਖਿਆ ਸੀ ਕਿ ਹਰਿਦੁਆਰ ਵਿਸਾਖੀ ਦਾ ਇਸ਼ਨਾਨ ਕਰਾਂਗੇ, ਪਰ ਕਈ ਵਿਸਾਖੀਆਂ ਗੁਜ਼ਰ ਗਈਆਂ ਤੇ ਦੋਹਾਂ ਨੇ ਆਪਣਾ ਪ੍ਰਣ ਪੂਰਾ ਨਾ ਕੀਤਾ। ਸ਼ਾਮਦਾਸ ਭਲਾ ਲੋਕ ਸੀ। ਉਸ ਵਿੱਚ ਹੁੱਕੇ, ਤੰਬਾਕੂ, ਨਸਵਾਰ ਜਾਂ ਸ਼ਰਾਬ ਵਰਗੀ ਕੋਈ ਇੱਲਤ ਨਹੀਂ ਸੀ। ਸਾਰੀ ਉਮਰ ਉਸਨੇ ਕਿਸੇ ਨੂੰ ਮੰਦਾ ਨਹੀਂ ਸੀ ਆਖਿਆ। ਉਸਦਾ ਟੱਬਰ ਚੰਗਾ ਵੱਡਾ ਸੀ। 2 ਪੁੱਤਰ ਸਨ ਤੇ ਇੱਕ ਪੋਤਰੇ ਦਾ ਵਿਆਹ ਵੀ ਹੋ ਚੁੱਕਾ ਸੀ। ਸ਼ਾਮਦਾਸ ਸਰੀਰ ਦਾ ਚੰਗਾ ਅਤੇ ਹੱਡ ਕਾਠ ਦਾ ਤਕੜਾ ਸੀ। ਭਾਵੇਂ ਬੁੱਢਾ ਹੋ ਚੁੱਕਾ ਸੀ ਤਾਂ ਵੀ ਪੁਰਾਣੇ ਸਮਿਆਂ ਦੀ ਸੱਤਿਆ ਉਸ ਵਿੱਚ ਸੀ। ਰਾਮਦਾਸ ਨਾ ਗਰੀਬ ਅਤੇ ਨਾ ਅਮੀਰ ਸੀ। ਜਵਾਨੀ ਦੇ ਵੇਲੇ ਉਸਨੇ ਮਿਹਨਤ ਮਜ਼ਦੂਰੀ ਕਰਕੇ ਕੁਝ ਕਮਾਈ ਕੀਤੀ ਸੀ, ਪਰ ਹੁਣ ਬੁੱਢਾ ਹੋ ਕੇ ਉਸਨੇ ਬੱਕਰੀਆਂ ਰੱਖਣ ਦਾ ਕੰਮ ਸ਼ੁਰੂ ਕੀਤਾ। ਉਸਦਾ ਇੱਕ ਪੁੱਤਰ ਨੌਕਰੀ ਕਰਨ ਲਈ ਪੰਜਾਬ ਵਿੱਚ ਆਇਆ ਹੋਇਆ ਸੀ ਤੇ ਦੂਜਾ ਘਰ ਵਿੱਚ ਪਿਤਾ ਜੀ ਦੀ ਮਦਦ ਕਰਦਾ ਸੀ। ਰਾਮਦਾਸ ਨੇਕ ਬੰਦਾ ਸੀ ਤੇ ਸਦਾ ਸੰਤੁਸ਼ਟ ਰਹਿਣ ਵਾਲਾ ਸੀ। ਕਿਸੇ ਵੇਲੇ ਉਹ ਸ਼ਰਾਬ ਵੀ ਪੀ ਲੈਂਦਾ ਸੀ। ਨਸਵਾਰ ਦੀ ਆਦਤ ਉਸਨੂੰ ਸੀ ਤੇ ਰਾਗ ਦਾ ਸ਼ੌਕੀਨ ਸੀ, ਪਰ ਘਰ-ਬਾਰ, ਸਾਕ ਅੰਗਾਂ ਨਾਲ ਉਸਦਾ ਸਲੂਕ ਚੰਗਾ ਸੀ। ਉਹ ਸਿਰੋਂ ਗੰਜਾ ਸੀ। ਦੋਹਾਂ ਬੁੱਢਿਆਂ ਨੂੰ ਭਾਵੇਂ ਸੁੱਖਣਾ ਸੁੱਖਿਆਂ ਕਈ ਸਾਲ ਬੀਤ ਗਏ ਸਨ, ਪਰ ਇਹ ਵਾਰਤਾ ਉਸ ਸਮੇਂ ਦੀ ਹੈ ਜਦ ਪੰਜਾਬ ਵਿੱਚ ਰੇਲ ਨਹੀਂ ਸੀ ਹੁੰਦੀ ਅਤੇ ਲੋਕ ਤੀਰਥਾਂ ਤੇ ਜਾਣ ਲੱਗਿਆਂ ਪੈਦਲ ਸਫ਼ਰ ਕਰਦੇ ਸਨ। ਰਾਮਦਾਸ ਤੇ ਸ਼ਾਮਦਾਸ ਦੋਹਾਂ ਦਾ ਖਿਆਲ ਸੀ ਕਿ ਹਰਿਦੁਆਰ ਦੀ ਯਾਤਰਾ ਤੇ 6 ਮਹੀਨੇ ਜ਼ਰੂਰ ਲੱਗ ਜਾਣਗੇ ਅਤੇ ਸ਼ਾਮਦਾਸ ਦਾ ਜੀਅ ਨਹੀਂ ਸੀ ਕਰਦਾ ਕਿ ਇਤਨੇ ਚਿਰ ਵਾਸਤੇ ਘਰੋਂ ਵਿਛੜ ਜਾਵੇ। ਉਸ ਨੂੰ ਹਮੇਸ਼ਾ ਕੋਈ ਨਾ ਕੋਈ ਜ਼ਰੂਰੀ ਕੰਮ ਪਿਆ ਰਹਿੰਦਾ ਸੀ। ਇੱਕ ਕੰਮ ਮੁੱਕ ਜਾਏ ਤਾਂ ਦੂਜਾ ਸ਼ੁਰੂ ਹੋ ਪੈਂਦਾ ਸੀ। ਪਹਿਲਾਂ ਉਸਨੇ ਪੋਤਰੇ ਦਾ ਵਿਆਹ ਕੀਤਾ, ਫਿਰ ਆਖਣ ਲੱਗਾ ਮੇਰਾ ਛੋਟਾ ਪੁੱਤਰ ਫੌਜ ਵਿੱਚ ਛੁੱਟੀ ਲੈ ਆਵੇ ਤਦ ਤੀਰਥਾਂ ਤੇ ਜਾ ਸਕਾਂਗਾ। ਜਦ ਪੁੱਤਰ ਵੀ ਆ ਗਿਆ ਤਾਂ ਉਸਨੇ ਇੱਕ ਮਕਾਨ ਉਸਾਰਨਾ ਸ਼ੁਰੂ ਕੀਤਾ। ਇੱਕ ਦਿਨ ਸ਼ਾਮਦਾਸ ਦੇ ਘਰ ਰਾਮਦਾਸ ਆਇਆ ਤੇ ਆਖਣ ਲੱਗਾ, ਦੱਸੋ ਭਰਾ ਜੀ, ਹੁਣ ਤੀਰਥਾਂ ਤੇ ਕਦੋਂ ਚੱਲਣਾ ਹੈ? ਸ਼ਾਮਦਾਸ ਨੇ ਕਈ ਡੁੱਚਰ ਡਾਹੇ। ਆਖਿਓ 1 ਸਾਲ ਠਹਿਰ ਜਾ, ਇਸ ਵਾਰੀ ਮੇਰੀ ਫਸਲ ਚੰਗੀ ਨਹੀਂ ਹੋਈ, ਨਾਲੇ ਮਕਾਨ ਦੀ ਉਸਾਰੀ ਸ਼ੁਰੂ ਕਰ ਦਿੱਤੀ ਹੈ। ਖਿਆਲ ਸੀ ਮਸਾਂ 100 ਕੁ ਰੁਪਈਆ ਲੱਗੇਗਾ, ਪਰ ਇਸ ਤੇ 300 ਖਰਚ ਕਰ ਬੈਠਾ ਹਾਂ ਅਤੇ ਅਜੇ ਕੰਮ ਅਧੂਰਾ ਹੈ। ਜੇ ਪੁੱਤਰਾਂ ਦੇ ਹਵਾਲੇ ਕਰ ਦਿੱਤਾ ਤਾਂ ਉਹ ਵਿਗਾੜ ਦੇਣਗੇ। ਤੈਨੂੰ ਪਤਾ ਹੈ ਮੇਰੇ ਵੱਡੇ ਪੁੱਤਰ ਨੂੰ ਘੁੱਟ ਕੁ ਪੀ ਲੈਣ ਦੀ ਵਾਦੀ ਪੈ ਗਈ ਹੈ। ਮਕਾਨ ਮੈਂ ਆਪਣੇ ਹੱਥੀਂ ਸ਼ੁਰੂ ਕੀਤਾ ਹੈ ਤੇ ਆਪ ਹੀ ਮੁਕਾਉਣਾ ਚਾਹੁੰਦਾ ਹਾਂ। ਇਸ ਸਾਰੀ ਦਲੀਲ ਦਾ ਰਾਮਦਾਸ ਨੇ ਇਹ ਉੱਤਰ ਦਿੱਤਾ, ਮਿੱਤਰਾ, ਅਸੀਂ ਬਹੁਤ ਬੁੱਢੇ ਹੋ ਚੱਲੇ ਹਾਂ। ਮਨੌਤ ਪੂਰੀ ਕਰ ਆਉਣੀ ਚਾਹੀਦੀ ਹੈ। ਹੁਣ ਨੈਣ ਪ੍ਰਾਣ ਚੱਲਦੇ ਹਨ, ਫਿਰ ਪਤਾ ਨਹੀਂ ਕੀ ਬਣੇ। ਮਕਾਨ ਨੂੰ ਤੂੰ ਮੁੰਡਿਆਂ ਦੇ ਹਵਾਲੇ ਕਰ, ਆਪੇ ਉਸਾਰ ਲੈਣਗੇ। ਜਦ ਅਸੀਂ ਅੱਖੀਆਂ ਮੀਟ ਲਈਆਂ ਤਦ ਵੀ ਤਾਂ ਇਹਨਾਂ ਨੇ ਹੀ ਕੰਮ ਸੰਭਾਲਣਾ ਹੈ। ਤੂੰ ਆਪਣੇ ਪੁੱਤਰ ਨੂੰ ਸਗੋਂ ਆਪਣੇ ਜਿਉਂਦਿਆਂ ਸਿਖਾ ਕੇ ਸਭ ਕੁਝ ਹਵਾਲੇ ਕਰ ਦੇ। ਦੁਨੀਆ ਦੇ ਧੰਦੇ ਤਾਂ ਇਉਂ ਮੁੱਕਦੇ ਹੀ ਨਹੀਂ। ਪਰਸੋਂ ਦੀਵਾਲੀ ਹੈ। ਸਾਡੇ ਘਰ ਵਾਲ ਜਨਾਨੀਆਂ ਸਫਾਈ ਪਈਆਂ ਕਰਦੀਆਂ ਹਨ ਅਤੇ ਕੰਮ ਮੁੱਕਣ ਵਿੱਚ ਨਹੀਂ ਆਉਂਦਾ। ਮੇਰੀ ਵੱਡੀ ਨੂੰਹ ਕੁਝ ਸਿਆਣੀ ਹੈ। ਉਹ ਕਹਿੰਦੀ ਸੀ, ਦੀਵਾਲੀ ਬੜੀ ਭਲੀ ਲੋਕ ਹੈ ਜਿਹੜੀ ਆਪਣੇ ਆਪ ਆ ਜਾਂਦੀ ਹੈ। ਜੇ ਸਾਡੇ ਮਕਾਨ ਸਾਫ਼ ਕਰਨ ਦੀ ਉਡੀਕ ਹੀ ਕਰਦੀ ਰਹੇ ਤਾਂ ਕਦੀ ਨਾ ਆ ਸਕੇ। ਸੋ ਹੇ ਸੱਜਣਾ, ਜੇ ਚੱਲਣਾ ਹੈ ਤਾਂ ਦੀਵਾਲੀ ਤੋਂ ਦੂਜੇ ਦਿਨ ਟੁਰ ਪਈਏ। ਸ਼ਾਮਦਾਸ, ਮੇਰਾ ਬਥੇਰਾ ਰੁਪਈਆ ਇਸ ਮਕਾਨ ਉੱਤੇ ਖਰਚ ਹੋ ਚੁੱਕਾ ਹੈ। ਤੀਰਥ ਯਾਤਰਾ ਵਾਸਤੇ ਵੀ ਘੱਟੋ ਘੱਟ 100 ਦਮੜਾ ਚਾਹੀਦਾ ਹੈ। ਰਾਮਦਾਸ ਹੱਸਿਆ, ਗੱਲਾਂ ਨਾ ਪਿਆ ਬਣਾ। ਤੈਨੂੰ 100 ਰੁਪਏ ਦੀ ਕੀ ਪਰਵਾਹ ਹੈ? ਤੇਰੇ ਕੋਲ ਮੇਰੇ ਨਾਲੋਂ 10 ਹਿੱਸੇ ਵੱਧ ਹੈ। ਮੇਰੇ ਪਾਸ ਰੁਪਈਏ ਨਹੀਂ ਹਨ, ਪਰ ਤੁਰਨ ਲੱਗੇ ਤਾਂ ਆਪੇ ਇੰਤਜ਼ਾਮ ਕਰ ਲਵਾਂਗਾ। ਕੁਝ ਘਰੋਂ ਕੱਢਾਂਗਾ ਤੇ ਕੁਝ ਬੱਕਰੀਆਂ ਵੇਚ ਛੱਡਾਂਗਾ। ਸ਼ਾਮਦਾਸ, ਬੱਕਰੀਆਂ ਵੇਚ ਕੇ ਪਛਤਾਵੇਂਗਾ ਤਾਂ ਨਹੀਂ? ਰਾਮਦਾਸ, ਪਛਤਾਵਾ ਕਿਹੜੀ ਗੱਲ ਦਾ? ਮੈਂ ਕਦੀ ਨਹੀਂ ਪਛਤਾਵਣ ਲੱਗਾ। ਸਾਰੀ ਉਮਰ ਵਿੱਚ ਮੈਂ ਕਦੀ ਪਛਤਾਵਾ ਕੀਤਾ ਹੈ ਤਾਂ ਕੇਵਲ ਆਪਣੇ ਪਾਪਾਂ ਉੱਤੇ। ਆਤਮਾ ਤੋਂ ਵੱਧ ਕੇ ਵੀ ਬਹੁਮੁੱਲੀ ਵਸਤੂ ਕੋਈ ਹੋਰ ਹੋ ਸਕਦੀ ਹੈ। ਸ਼ਾਮਦਾਸ, ਇਹ ਤਾਂ ਠੀਕ ਹੈ, ਪਰ ਘਰ ਵਾਟ ਐਵੇਂ ਸੁੱਟ ਦੇਣਾ ਨਹੀਂ ਚਾਹੀਦਾ। ਰਾਮਦਾਸ, ਅਤੇ ਆਤਮਾ ਨੂੰ ਬੇਸ਼ੱਕ ਸੁੱਟ ਚੱਲ ਦਈਏ। ਤੂੰ ਅਤੇ ਮੈਂ ਇਕੱਠੇ ਸੁੱਕਿਆ ਸੀ। ਹੁਣ ਤਿਆਰ ਹੋ ਅਤੇ ਭਾਰ ਸਿਰੋਂ ਲਾ ਆਈਏ। ਅਖੀਰ ਫੈਸਲਾ ਹੋ ਗਿਆ ਤੇ ਦੋਵੇਂ ਬੁੱਢੇ ਦੀਵਾਲੀ ਤੋਂ ਦੂਜੇ ਦਿਨ ਪਿੰਡੋਂ ਤੁਰ ਪਏ। ਰਾਮਦਾਸ ਨੇ 7 ਬੱਕਰੀਆਂ ਆਪਣੇ ਗੁਆਂਢੀ ਨੂੰ ਵੇਚ ਕੇ 70 ਰੁਪਏ ਲਏ ਅਤੇ ਬਾਕੀ 30 ਰੁਪਏ ਘਰ ਦੇ ਸਾਰੇ ਆਦਮੀਆਂ ਪਾਸੋਂ ਹੂੰਝ ਹਾਂਝ ਕੇ ਇਕੱਠੇ ਕੀਤੇ। ਉਸਦੀ ਨੂੰਹ ਅਤੇ ਵਹੁਟੀ ਨੇ ਸਾਰੀ ਪੂੰਜੀ ਉਸਦੇ ਹਵਾਲੇ ਕਰ ਦਿੱਤੀ। ਸ਼ਾਮਦਾਸ ਨੇ ਤੁਰਨ ਲੱਗਿਆਂ ਆਪਣੇ ਸਾਰੇ ਟੱਬਰ ਨੂੰ ਬਹੁਤ ਸਮਝਾਇਆ। ਮੁੰਡੇ ਨੂੰ ਦੱਸਿਆ, ਫਲਾਣੀ ਪੈਲੀ ਵਿੱਚ ਬਾਜਰਾ ਬੀਜਣਾ ਹੈ, ਫਲਾਣੀ ਖਾਲੀ ਰਹੇ, ਰੂੜੀ ਦਾ ਢੇਰ ਇੱਥੇ ਲਾਉਣਾ, ਚਾਵਲ ਫਲਾਣੀ ਭੜੋਲੀ ਵਿੱਚ ਰੱਖਣੇ ਆਦਿਕ। ਰਾਮਦਾਸ ਨੇ ਆਪਣੇ ਟੱਬਰ ਨੂੰ ਅਜਿਹੀ ਕੋਈ ਸਿੱਖਿਆ ਨਾ ਦਿੱਤੀ। ਉਸਨੇ ਆਪਣੀ ਵਹੁਟੀ ਨੂੰ ਕੇਵਲ ਇਤਨਾ ਆਖਿਆ ਕਿ ਗੁਆਂਢੀ ਨੂੰ ਜਿਹੜੀਆਂ 7 ਬੱਕਰੀਆਂ ਦੇਣੀਆਂ ਹਨ ਉਹ ਚੰਗੀਆਂ ਚੁਣ ਕੇ ਦਿੱਤੀਆਂ ਜਾਣ। ਬਾਕੀ ਗੱਲਾਂ ਵਾਸਤੇ ਉਸਨੇ ਪੁੱਤਰਾਂ ਨੂੰ ਆਖਿਆ, ਘਰ-ਬਾਰ ਦੇ ਤੁਸੀਂ ਮਾਲਕ ਹੋ, ਜਿਵੇਂ ਜੀ ਆਵੇ ਕਰੋ।
ਪਿੰਡੋਂ ਬਾਹਰ ਲੋਕ ਇਹਨਾਂ ਨੂੰ ਛੱਡਣ ਆਏ ਅਤੇ ਸਾਰਿਆਂ ਤੋਂ ਵਿਦਾ ਹੋ ਕੇ ਦੋਵੇਂ ਬੁੱਢੇ ਤੁਰ ਪਏ। ਰਾਮਦਾਸ ਤਾਂ ਪਿੰਡੋਂ ਬਾਹਰ ਨਿਕਲਦੇ ਸਾਰ ਧੰਦੇ ਭੁੱਲ ਗਿਆ ਅਤੇ ਰਾਹ ਵਿੱਚ ਕਿਸੇ ਵੇਲੇ ਗਾਇਤਰੀ ਪੜ੍ਹਦਾ ਸੀ, ਕਿਸੇ ਵੇਲੇ ਗੀਤਾਂ ਦਾ ਕੋਈ ਧਿਆਏ ਜ਼ਬਾਨੀ ਬੋਲਦਾ ਸੀ ਤੇ ਰਾਹ ਜਾਂਦੇ ਲੋਕਾਂ ਨਾਲ ਬਹੁਤ ਪ੍ਰੇਮ ਕਰਦਾ ਸੀ। ਇਸ ਪ੍ਰਕਾਰ ਉਹ ਨੇਕ ਆਦਮੀ ਬਣਨ ਦੇ ਯਤਨ ਵਿੱਚ ਸੀ। ਬਾਕੀ ਇਲਤਾਂ ਤਾਂ ਉਸਨੇ ਛੱਡ ਦਿੱਤੀਆਂ, ਪਰ ਨਸਵਾਰ ਨਾ ਛੱਡੀ ਗਈ। ਇਸ ਦੀ ਚੁੰਡੀ ਉਹ ਚੋਰੀ ਛਪੀ ਲੈ ਲੈਂਦਾ ਸੀ। ਸ਼ਾਮਦਾਸ ਵੀ ਤੁਰਿਆ ਤਾਂ ਜਾਂਦਾ ਸੀ, ਪਰ ਮਨ ਉੱਤੇ ਚਿੰਤਾ ਦੇ ਬੱਦਲ ਸਨ। ਉਸਨੂੰ ਕਈ ਗੱਲਾਂ ਚੇਤੇ ਆਈਆਂ ਜਿਹੜੀਆਂ ਆਪਣੇ ਪੁੱਤਰਾਂ ਨੂੰ ਆਖਣੀਆਂ ਭੁੱਲ ਗਿਆ ਸੀ। ਉਸਨੂੰ ਯਾਦ ਆਇਆ ਕਿ ਮੁੰਡੇ ਆਲੂਆਂ ਦਾ ਬੀਜ ਐਵੇਂ ਖਰਾਬ ਕਰ ਦੇਣਗੇ। ਉਸਦਾ ਜੀ ਤਾਂ ਕਰਦਾ ਸੀ ਕਿ ਇੱਕ ਵਾਰੀ ਮੁੜ ਜਾਵਾਂ ਅਤੇ ਸਾਰੀਆਂ ਗੱਲਾਂ ਸਮਝਾ ਆਵਾਂ, ਪਰ ਸ਼ਰਮੋ ਕੁਸ਼ਰਮੀ ਤੁਰਿਆ ਜਾਂਦਾ ਸੀ। ਦੋਹਾਂ ਨੂੰ ਘਰੋਂ ਟੁਰਿਆਂ ਹੋਇਆਂ 1 ਮਹੀਨਾ ਬੀਤ ਗਿਆ। ਰਸਤੇ ਵਿੱਚ ਜਦ ਪੰਜਾਬੋਂ ਵਿੱਚੋਂ ਲੰਘੇ ਤਾਂ ਕਈ ਘਰਾਂ ਵਿੱਚ ਧਰਮੀ ਹਿੰਦੂਆਂ ਨੇ ਇਹਨਾਂ ਨੂੰ ਤੀਰਥ ਯਾਤਰੀ ਸਮਝ ਕੇ ਆਦਰ ਭਾ ਤੇ ਸੇਵਾ ਕੀਤੀ। ਜਦ ਤੁਰਦੇ ਤੁਰਦੇ ਦੁਆਬੇ ਵਿੱਚ ਪਹੁੰਚੇ ਤਾਂ ਭਾਣਾ ਕਰਤਾਰ ਦਾ ਉਸ ਸਾਲ ਇਲਾਕੇ ਵਿੱਚ ਕਾਲ ਪਿਆ ਹੋਇਆ ਸੀ ਅਤੇ ਇਹਨਾਂ ਬੁੱਢਿਆਂ ਨੂੰ ਕਈ ਪਿੰਡਾਂ ਵਿੱਚ ਭੁੱਖਾ ਰਹਿਣਾ ਪਿਆ। ਇੱਕ ਦਿਨ ਦਰਿਆ ਸਤਲੁਜ ਤੋਂ 5 ਕੁ ਮੀਲ ਉਰੇ ਇੱਕ ਪਿੰਡ ਵਿੱਚੋਂ ਲੰਘੇ। ਸ਼ਾਮਦਾਸ ਤੁਰਨ ਨੂੰ ਤਕੜਾ ਸੀ ਤੇ ਲੰਮੇ ਲੰਮੇ ਕਦਮ ਰੱਖਦਾ ਮੌਜ ਵਿੱਚ ਜਾ ਰਿਹਾ ਸੀ, ਪਰ ਰਾਮਦਾਸ ਕੁਝ ਥੱਕ ਗਿਆ ਸੀ। ਉਸਦਾ ਜੀ ਕਰਦਾ ਸੀ ਕਿ ਪਿੰਡ ਵਿੱਚੋਂ ਪਾਣੀ ਦਾ ਘੁੱਟ ਪੀ ਲਵਾਂ। ਸ਼ਾਮਦਾਸ ਨੂੰ ਧਿਆਨ ਨਹੀਂ ਸੀ, ਇਸ ਵਾਸਤੇ ਉਹ ਤੁਰਿਆ ਗਿਆ ਔਰ ਰਾਮਦਾਸ ਛੇਤੀ ਰਲ ਪੈਣ ਦਾ ਇਕਰਾਰ ਕਰਕੇ ਉੱਥੇ ਠਹਿਰ ਗਿਆ। ਜਿਹੜੇ ਘਰ ਅੱਗੇ ਉਹ ਠਹਿਰਿਆ ਚੰਗੀ ਵੱਡੀ ਹਵੇਲੀ ਸੀ, ਪਰ ਕੰਧਾਂ ਅਤੇ ਛੱਤ ਦਾ ਖਸਤਾ ਹਾਲਤ ਸੀ। ਧੁੱਪ ਵਿੱਚ ਪੁੰਜੇ ਇੱਕ ਘਬਰਾਹਟ ਲੇਟਿਆ ਪਿਆ ਸੀ। ਰਾਮਦਾਸ ਨੇ ਇਸ ਪਾਸੋਂ ਪਾਣੀ ਦਾ ਘੁੱਟ ਮੰਗਿਆ, ਪਰ ਜਵਾਨ ਵਿਚਾਰਾ ਬੇਸੁੱਧ ਪਿਆ ਜਾਪਦਾ ਸੀ ਅਤੇ ਉਸਨੇ ਜਵਾਬ ਕੁਝ ਨਾ ਦਿੱਤਾ। ਰਾਮਦਾਸ ਨੇ ਸੋਚਿਆ, ਇਹ ਜਵਾਨ ਜਾਂ ਤਾਂ ਮਾਦਾ ਹੈ ਜਾਂ ਇਹ ਨਾਰਾਜ਼ ਹੈ। ਉਸਨੇ ਅੰਦਰੋਂ ਹੋ ਕੇ ਫੇਰ ਆਵਾਜ਼ ਮਾਰੀ, ਹੇ ਭਲੇ ਲੋਕੋ, ਰਾਹੀ ਨੂੰ ਇੱਕ ਘੁੱਟ ਪਾਣੀ ਦਾ ਦਿਓ। ਇਸ ਦਾ ਕੁਝ ਉੱਤਰ ਨਾ ਆਇਆ। ਉਸਨੇ ਫੇਰ ਆਖਿਆ, ਹੇ ਨਿਰੰਕਾਰ ਦੇ ਪਿਆਰਿਓ, ਪਾਣੀ ਦਾ ਘੁੱਟ ਪਿਆਓ। ਇਸ ਦਾ ਵੀ ਕੁਝ ਜਵਾਬ ਨਾ ਆਇਆ। ਰਾਮਦਾਸ ਨੇ ਸੋਚਿਆ, ਇਸ ਘਰ ਉੱਤੇ ਜ਼ਰੂਰ ਕੋਈ ਬਿਪਤਾ ਆ ਪਈ ਹੈ। ਇਹ ਸੋਚ ਕੇ ਉਹ ਅੰਦਰ ਵੜ ਗਿਆ। ਅੰਦਰ ਜਾ ਕੇ ਵੇਖਿਓ, ਇੱਕ ਬੁੱਢੀ ਜਨਾਨੀ ਬੈਠੀ ਹੈ ਜਿਸ ਦੇ ਸਾਰੇ ਸਰੀਰ ਪਰ ਇੱਕੋ ਕੱਪੜਾ ਹੈ। ਉਸਨੇ ਪਾਸ ਇੱਕ ਮਾੜਾ ਤੇ ਪੀਲੇ ਮੂੰਹ ਵਾਲਾ ਛੋਟਾ ਜਿਹਾ ਮੁੰਡਾ ਬੈਠਾ ਹੈ। ਇੱਕ ਖੂੰਜੇ ਵਿੱਚੋਂ ਬਦਬੋ ਆ ਰਹੀ ਹੈ ਤੇ ਬਦਬੋ ਨਾਲ ਸਾਰਾ ਕੋਠਾ ਭਰਿਆ ਪਿਆ ਹੈ। ਨਿਜਾ ਕੇ ਵੇਖਿਆ ਸੂ ਉਸ ਪਾਸੇ ਇੱਕ ਜਵਾਨ ਜਨਾਨੀ ਬੇਸੁੱਧ ਪਈ ਸੀ ਤੇ ਮੁੜ-ਮੁੜ ਅੱਡੀਆਂ ਜ਼ਮੀਨ ਨਾਲ ਰਗੜਦੀ ਸੀ। ਬਿਮਾਰੀ ਦੀ ਤੜਫਾਟ ਵਿੱਚ ਕਦੀ ਸੱਜੀ ਲੱਤ ਉੱਪਰ ਕਰੇ, ਕਦੀ ਖੱਬੀ। ਉਸ ਵਿਚਾਰੀ ਬੇਸੁੱਧ ਦਾ ਮਲ ਮੂਤਰ ਵੀ ਵਿੱਚੇ ਪਿਆ ਸੀ ਤੇ ਬੁੱਢੀ ਮਾਈ ਪਾਸ ਆ ਸੰਗ ਨਹੀਂ ਸੀ ਕਿ ਉਸ ਨੂੰ ਸਾਫ਼ ਕਰੇ। ਰਾਮਦਾਸ ਨੂੰ ਅੰਦਰ ਆਉਂਦੇ ਵੇਖ ਕੇ ਬੁੱਢੀ ਡਰ ਗਈ ਤੇ ਆਖਣ ਲੱਗੀ, ਕੀ ਲੈਣ ਆਇਆ ਹੈ? ਹਾਏ ਰੱਬਾ, ਇਹ ਕੌਣ ਆ ਗਿਆ? ਸਾਡੇ ਪਾਸ ਤਾਂ ਕੁਝ ਨਹੀਂ। ਰਾਮਦਾਸ, ਮੈਂ ਯਾਤਰੂ ਹਾਂ ਅਤੇ ਕੇਵਲ ਪਾਣੀ ਦਾ ਘੁੱਟ ਮੰਗਣ ਲਈ ਅੰਦਰ ਆਇਆ ਸਾਂ। ਮਾਈ, ਸਾਡੇ ਘਰ ਪਾਣੀ ਨਹੀਂ ਅਤੇ ਲਿਆਉਣ ਵਾਲਾ ਮਨੁੱਖ ਵੀ ਕੋਈ ਨਹੀਂ, ਨਾ ਕੋਈ ਭਾਂਡਾ ਟਿੰਡਰ ਹੈ। ਜਾ ਆਪਣਾ ਰਾਹ ਫੜ। ਰਾਮਦਾਸ, ਤੋਂ ਸਾਡੇ ਵਿੱਚੋਂ ਕੋਈ ਵੀ ਉਸ ਬਿਮਾਰ ਪਈ ਬੀਬੀ ਦੀ ਸੇਵਾ ਕਰਨ ਜੋਗਾ ਨਹੀਂ? ਮਾਈ, ਨਹੀਂ, ਕੋਈ ਨਹੀਂ। ਮੇਰਾ ਪੁੱਤਰ ਬਾਹਰ ਧੁੱਪੇ ਪਿਆ ਮਰਦਾ ਹੈ ਤੇ ਅਸੀਂ ਸਾਰੇ ਅੰਦਰ ਪਏ ਮਰਦੇ ਹਾਂ। ਛੋਟੇ ਮੁੰਡੇ ਨੇ ਓਪਰੇ ਆਦਮੀ ਨੂੰ ਘਰ ਵਿੱਚ ਆਉਂਦਾ ਵੇਖ ਕੇ ਰੋਣਾ ਬੰਦ ਕਰ ਦਿੱਤਾ ਸੀ, ਪਰ ਜਦ ਉਸਨੇ ਦਾਦੀ ਨੂੰ ਉਸ ਨਾਲ ਗੱਲਾਂ ਕਰਦੇ ਵੇਖਿਆ ਤਾਂ ਉਸਨੇ ਮਾਂ ਦੀ ਬਾਂਹ ਫੜ ਕੇ ਫੇਰ ਆਖਣਾ ਸ਼ੁਰੂ ਕਰ ਦਿੱਤਾ, ਦਾਦੀ ਰੋਟੀ ਦੇ, ਦਾਦੀ ਰੋਟੀ ਦੇ। ਇਤਨੇ ਨੂੰ ਬਾਹਰ ਪਿਆ ਹੋਇਆ ਘਬਰਾਹਟ ਵੀ ਅੰਦਰ ਆ ਗਿਆ। ਉਹ ਕੰਧ ਦੇ ਆਸਰੇ ਹੌਲੀ-ਹੌਲੀ ਆਇਆ ਤੇ ਬੂਹੇ ਵਿੱਚ ਡਿੱਗ ਪਿਆ। ਉਸਨੇ ਫੇਰ ਉੱਠਣ ਦਾ ਯਤਨ ਨਾ ਕੀਤਾ ਅਤੇ ਅਟਕ-ਅਟਕ ਕੇ ਕਹਿਣ ਲੱਗਾ, ਅਸੀਂ ਸਾਰੇ ਬਿਮਾਰ ਹੋ ਗਏ ਹਾਂ, ਨਾਲੇ ਭੁੱਖ ਨਾਲੇ ਬਿਮਾਰੀ। ਮੁੰਡਾ ਵੀ ਭੁੱਖ ਨਾਲ ਮਰ ਚੱਲਿਆ ਹੈ ਤੇ ਸਾਡੇ ਕੁਝ ਨਹੀਂ ਸਰ ਆਉਂਦਾ। ਇਹ ਸਮਾਚਾਰ ਦੇਖ ਕੇ ਰਾਮਦਾਸ ਨੇ ਆਪਣੇ ਲੱਕ ਨਾਲ ਬੰਨੀ ਹੋਈ ਬੁਝਕੀ ਉਤਾਰ ਕੇ ਖੋਲ੍ਹੀ। ਉਸ ਵਿੱਚ 4 ਰੋਟੀਆਂ ਸਨ। ਇੱਕ ਕੱਢ ਕੇ ਉਸ ਆਦਮੀ ਨੂੰ ਦੇਣ ਲੱਗਾ, ਪਰ ਆਦਮੀ ਨੇ ਮੁੰਡੇ ਵੱਲ ਇਸ਼ਾਰਾ ਕੀਤਾ। ਰੋਟੀ ਵੇਖ ਕੇ ਇੱਕ ਹੋਰ ਖੂੰਜੇ ਵਿੱਚੋਂ ਇੱਕ ਕੁੜੀ ਵੀ ਸਹਿਮੀ ਹੋਈ ਨਿਕਲੀ ਆਈ ਅਤੇ ਭਾਵੇਂ ਰੋਟੀ ਕੁਝ ਵੱਡੀ ਸੀ, ਪਰ ਉਹਨਾਂ ਦੋਵਾਂ ਭੈਣ ਭਰਾਵਾਂ ਨੇ ਤੁਰਤ ਮੁਕਾਦ ਛੱਡੀ। ਬੁੱਢੀ ਮਾਈ ਪਾਸੋਂ ਖੂਹ ਦਾ ਪਤਾ ਪੁੱਛ ਕੇ ਰਾਮਦਾਸ ਨੇ ਇੱਕ ਬਾਲਟੀ ਚੁੱਕੀ ਅਤੇ ਪਾਣੀ ਦੀ ਭਰ ਕੇ ਲੈ ਆਇਆ। ਉਸ ਮਾਈ ਔਰ ਆਦਮੀ ਨੇ ਕੁਝ ਰੋਟੀ ਖਾ ਕੇ ਪਾਣੀ ਪੀਤਾ, ਪਰ ਜਵਾਨ ਜਨਾਨੀ ਉਸੇ ਤਰ੍ਹਾਂ ਬੇਸੁਰਤ ਪਈ ਸੀ। ਰਾਮਦਾਸ ਬਾਜ਼ਾਰ ਜਾ ਕੇ ਕੁਝ ਚਾਵਲ, ਲੂਣ, ਘਿਓ ਲੈ ਆਇਆ। ਕੁਝ ਉਸ ਕੁੜੀ ਨੇ ਮਦਦ ਕੀਤੀ। ਛੇਤੀ ਚਾਵਲ ਤਿਆਰ ਹੋ ਗਏ। ਕੁਝ ਉਸ ਆਦਮੀ ਨੇ ਖਾਧੇ, ਕੁਝ ਬੁੱਢੀ ਮਾਈ ਨੇ। ਮੁੰਡੇ ਔਰ ਕੁੜੀ ਨੇ ਚੰਗੀ ਤਰ੍ਹਾਂ ਲੱਕ ਕੇ ਤਾਂਬੀਆ ਸਾਫ਼ ਕਰ ਛੱਡਿਆ ਔਰ ਰੱਜ ਪੁੱਜ ਕੇ ਦੋਨੋਂ ਉੱਥੇ ਪੁੰਜੇ ਸੌਂ ਗਏ। ਹੁਣ ਉਸ ਆਦਮੀ ਅਤੇ ਬੁੱਢੀ ਮਾਈ ਨੇ ਆਪਣੀ ਵਿਥਿਆ ਵਿਸਥਾਰ ਨਾਲ ਰਾਮਦਾਸ ਨੂੰ ਸੁਣਾਈ, ਜਿਸ ਦਾ ਸਾਰ ਇਹ ਸੀ ਕਿ ਇਹ ਟੱਬਰ ਵਿਚਾਰਾ ਪਹਿਲਾਂ ਹੀ ਗਰੀਬ ਸੀ, ਪਰ ਜਦ ਕਾਲ ਪੈ ਗਿਆ ਤਾਂ ਇਹਨਾਂ ਦਾ ਹਾਲ ਹੋਰ ਭੈੜਾ ਹੋ ਗਿਆ।
ਗੁਆਂਢੀਆਂ ਪਾਸੋਂ ਮੰਗ ਤੰਗ ਕੇ 1 ਮਹੀਨਾ ਗੁਜ਼ਾਰਾ ਕੀਤਾ। ਫਿਰ ਗੁਆਂਢੀਆਂ ਵਿੱਚੋਂ ਵੀ ਕਈ ਆਪ ਭੁੱਖੇ ਹੋ ਗਏ ਅਤੇ ਕਈਆਂ ਦਾ ਦਿਲ ਭੁੱਖਾ ਹੋ ਗਿਆ। ਇਹ ਆਦਮੀ ਚਾਰੇ ਪਾਸਿਓਂ ਕਰਜ਼ਾਈ ਹੋ ਗਿਆ ਤੇ ਕਿਸੇ ਗੁਆਂਢੀ ਪਾਸੋਂ ਆਟਾ ਉਧਾਰ ਲਿਆ ਹੋਇਆ ਸੀ, ਕਿਸੇ ਪਾਸੋਂ ਰੁਪਏ ਤੇ ਕਿਸੇ ਪਾਸੋਂ ਦਾਲ ਚਾਵਲ। ਇਹ ਆਦਮੀ ਘਰੋਂ ਬਾਹਰ ਮਜ਼ਦੂਰੀ ਕਰਨ ਵਾਸਤੇ ਨਿਕਲਿਆ, ਪਰ ਲੋਕਾਂ ਪਾਸ ਖਾਣ ਜੋਗਾ ਨਹੀਂ ਸੀ। ਉਹ ਮਜ਼ਦੂਰਾਂ ਨੂੰ ਕਿੱਥੋਂ ਦੇਣ? ਇੱਕ ਦਿਨ ਕੰਮ ਲੱਭ ਪੈਂਦਾ ਤਾਂ 6 ਦਿਨ ਐਵੇਂ ਬੀਤ ਜਾਂਦੇ। ਬੁੱਢੀ ਮਾਂ ਤੇ ਛੋਟੀ ਕੁੜੀ ਨੇ ਭਿੱਖਿਆ ਮੰਗਣੀ ਸ਼ੁਰੂ ਕੀਤੀ, ਪਰ ਲੋਕਾਂ ਪਾਸ ਦਾਨ ਦੇਣ ਵਾਸਤੇ ਫਾਲਤੂ ਰੋਟੀ ਕਿੱਥੋਂ? ਇਸ ਪ੍ਰਕਾਰ ਤੰਗੀ ਨਾਲ 2 ਮਹੀਨੇ ਕੱਟੇ। ਫਿਰ ਬਿਮਾਰੀ ਘਰ ਵਿੱਚ ਆ ਗਈ। ਬੁਰਾ ਹਾਲ ਅਤੇ ਬੌਂਕੇ ਦਿਹਾੜੇ। ਇੱਕ ਦਿਨ ਕੋਈ ਟੁੱਕ ਮਿਲ ਜਾਵੇ ਤੇ 3 ਦਿਨ ਕੜਾਕੇ ਵਿੱਚ ਨਿਭਣ। ਤੰਗ ਆ ਕੇ ਇਸ ਟੱਬਰ ਨੇ ਘਾਹ ਤੇ ਬਿਰਛਾਂ ਦੇ ਪੱਤੇ ਖਾਣੇ ਸ਼ੁਰੂ ਕਰ ਦਿੱਤੇ। ਇਸ ਨਾਲ ਬਿਮਾਰੀ ਅਤੇ ਕਮਜ਼ੋਰੀ ਹੋਰ ਵੱਧ ਗਈ। ਕਿਸੇ ਵਿੱਚ ਇੰਨੀ ਤਾਕਤ ਨਾ ਰਹੀ ਕਿ ਆਪਣੇ ਪੈਰਾਂ ਤੇ ਖੜਾ ਵੀ ਹੋ ਸਕੇ। ਉਹਨਾਂ ਦੀ ਦਰਦਨਾਕ ਵਿਥਿਆ ਸੁਣ ਕੇ ਰਾਮਦਾਸ ਨੇ ਸ਼ਾਮਦਾਸ ਨੂੰ ਮਿਲ ਪੈਣ ਦਾ ਖਿਆਲ ਛੱਡ ਦਿੱਤਾ ਅਤੇ ਸਾਰਾ ਦਿਨ ਇਸੇ ਟੱਬਰ ਦੀ ਸੇਵਾ ਵਿੱਚ ਲੱਗਾ ਰਿਹਾ। ਦੂਜੇ ਦਿਨ ਵੀ ਉਹਨਾਂ ਦੀ ਮਦਦ ਵਿੱਚ ਲੱਗਾ ਰਿਹਾ। ਬਾਜ਼ਾਰੋਂ ਕੁਝ ਆਟਾ, ਦਾਲ ਆਦਿਕ ਲੈ ਆਇਆ। ਬੁੱਢੀ ਮਾਈ ਅਤੇ ਕੁੜੀ ਨੇ ਰਲ ਰਸੋਈ ਤਿਆਰ ਕੀਤੀ। ਰਸੋਈ ਪਕਾਉਣ ਵਾਸਤੇ ਬਰਤਨ ਕੁਝ ਤਾਂ ਗੁਆਂਢੀਆਂ ਪਾਸੋਂ ਮੰਗੇ ਤੇ ਕੁਝ ਨਵੇਂ ਲੈ ਆਂਦੇ। ਘਰ ਵਿੱਚ ਤਾਂ ਭੰਨੀ ਤੁਗੜੀ ਵੀ ਨਹੀਂ ਸੀ। ਇਸ ਤਰ੍ਹਾਂ ਦੂਜਾ ਦਿਨ ਵੀ ਬੀਤ ਗਿਆ ਤੇ ਤੀਸਰੇ ਦਿਨ ਇਸ ਘਰ ਦੀ ਕਾਇਆ ਕਲਪ ਕੁਝ ਪਲਟੀ ਨਜ਼ਰ ਆਈ। ਆਦਮੀ ਚੱਲਣ ਫਿਰਨ ਜੋਗਾ ਹੋ ਗਿਆ। ਜਨਾਨੀ ਨੂੰ ਕੁਝ ਸੁਰਤ ਆਈ ਤੇ ਉਸਨੇ 1 ਘੁੱਟ ਪਾਣੀ ਦਾ ਪੀਤਾ। ਛੋਟਾ ਮੁੰਡਾ ਤਾਂ ਰਾਮਦਾਸ ਦੇ ਪਿੱਛੇ ਬਾਬਾ ਬਾਬਾ ਕਰਦਾ ਕੁੱਦਦਾ ਫਿਰਦਾ ਸੀ ਤੇ ਜਦ ਰਾਮਦਾਸ ਬੈਠਾ ਹੋਵੇ ਤਾਂ ਉਸਦੀ ਝੋਲੀ ਵਿੱਚ ਜਾ ਵੜਦਾ ਸੀ। ਹੁਣ 3 ਦਿਨ ਬੀਤ ਗਏ ਅਤੇ ਰਾਮਦਾਸ ਨੇ ਸੋਚਿਆ, ਮੈਂ ਬਥੇਰਾ ਸਮਾਂ ਇੱਥੇ ਗੁਆ ਛੱਡਿਆ ਹੈ, ਹੁਣ ਛੇਤੀ ਤੁਰਨਾ ਚਾਹੀਦਾ ਹੈ, ਕਿਤੇ ਵਿਸਾਖੀ ਤੋਂ ਪਛੜ ਨਾ ਜਾਵਾਂ। ਉਸ ਨੇ ਹੁਣ ਤੁਰਨ ਦਾ ਖਿਆਲ ਕੀਤਾ, ਪਰ ਅਗਲੇ ਦਿਨ ਬਸੰਤ ਦਾ ਪੁਰਬ ਸੀ ਅਤੇ ਉਸਨੇ ਸੋਚਿਆ, ਚੰਗਾ ਹੈ ਪੁਰਬ ਦਾ ਦਿਨ ਇੰਨਾ ਸੰਗ ਗੁਜ਼ਾਰਾਂ ਤੇ ਉਸ ਦਿਨ 2 ਪੈਸੇ ਦਾ ਬਸੰਤੀ ਰੰਗ ਲਿਆ ਕੇ ਸਾਰਿਆਂ ਦੇ ਦੁਪੱਟੇ ਰੰਗੇ ਅਤੇ ਸੂਜੀ, ਘਿਓ, ਮਿੱਠਾ ਆਦਿਕ ਲਿਆ ਕੇ ਬਸੰਤੀ ਕੜਾਹ ਬਣਾਇਆ ਅਤੇ ਉਸ ਨਿਰਾਸਤਾ ਭਰੇ ਘਰ ਵਿੱਚ ਖੁਸ਼ੀ ਦੀ ਰੌਂ ਚੱਲ ਗਈ। ਬਸੰਤ ਵਾਲੀ ਅੱਥ ਨੂੰ ਰਾਮਦਾਸ ਸੋਚਾਂ ਵਿੱਚ ਸੀ ਕਿ ਮੈਂ ਕੱਲ੍ਹ ਟੁਰ ਗਿਆ ਤਾਂ ਇਹ ਟੱਬਰ ਫੇਰ ਉਸ ਹਾਲਤ ਵਿੱਚ ਹੋ ਜਾਵੇਗਾ ਜਿਸ ਵਿੱਚ ਮੈਂ ਪਹਿਲਾਂ ਵੇਖਿਆ ਸੀ। ਇਹ ਸੋਚ ਕੇ ਉਸਨੇ ਪਿੰਡ ਦੇ ਇੱਕ ਜ਼ਿਮੀਂਦਾਰ ਪਾਸੋਂ 2 ਬੈਲ 50 ਰੁਪਏ ਨੂੰ ਮੁੱਲ ਲੈ ਲਏ ਅਤੇ ਉਹ ਬੈਲ ਇਸ ਘਰ ਵਾਲੇ ਦੇ ਹਵਾਲੇ ਕਰਕੇ ਇੱਕ ਗਊ ਖਰੀਦਣ ਦਾ ਵਿਚਾਰ ਕਰਨ ਲੱਗਾ। ਪਰ ਉਸਨੂੰ ਰਾਤ ਮੰਜੇ ਤੇ ਪਏ ਸੋਚ ਆਈ, ਰਾਮਦਾਸਾ ਇਹ ਕਿੱਥੇ ਪਸਰ ਕੇ ਬੈਠ ਗਿਆ ਹੈ? ਤੂੰ ਤਾਂ ਪਾਣੀ ਦਾ 1 ਘੁੱਟ ਮੰਗਣ ਆਇਆ ਸੀ ਤੇ ਹੁਣ ਇਹਨਾਂ ਦੀ ਜ਼ਮੀਨ ਬੀਜਣ ਤੇ ਘਰ ਦਾ ਸਾਰਾ ਕੰਮ ਧੰਦਾ ਕਰਨ ਦੀ ਪੰਡ ਖਾਮਖਾ ਆਪਣੇ ਸਿਰ ਤੇ ਚੁੱਕਣ ਲੱਗਾ ਹੈ। ਤੂੰ ਚੰਗੀ ਤੀਰਥ ਯਾਤਰਾ ਕੀਤੀ। ਸ਼ਾਮਦਾਸ 4 ਦਿਨਾਂ ਵਿੱਚ 60 ਕੋ ਪੈਂਡਾ ਕਰ ਗਿਆ ਹੋਵੇਗਾ ਅਤੇ ਤੂੰ ਇੱਥੇ ਹੀ ਪਲੱਥ ਮਾਰ ਕੇ ਬੈਠਾ ਹੈ। ਰਾਮਦਾਸ ਦੇ ਦਿਲ ਵਿੱਚ ਇਸ ਪ੍ਰਕਾਰ ਦੇ ਅੱਡੋ ਅੱਡ ਖਿਆਲ ਸਨ। ਉਸਦੇ ਮਨ ਵਿੱਚ ਦਇਆ ਆਉਂਦੀ ਸੀ ਤਾਂ ਆਖਦਾ ਸੀ ਇਹਨਾਂ ਦੀ ਮਦਦ ਕਰਨ ਵਾਸਤੇ ਇੱਥੇ ਠਹਿਰਾਂ। ਦੂਜੇ ਪਾਸੇ ਖਿਆਲ ਆਉਂਦਾ ਸੀ ਕਿ ਵਿਸਾਖੀ ਤੇ ਹਰਿਦੁਆਰ ਦਾ ਇਸ਼ਨਾਨ ਕਰਨਾ ਹੈ। ਅਖੀਰ ਵਿੱਚ ਉਸਨੇ ਫੈਸਲਾ ਕੀਤਾ ਕਿ ਇਹਨਾਂ ਦੀ ਥੋੜ੍ਹੀ ਜਿਹੀ ਮਦਦ ਹੋਰ ਕਰਨੀ ਚਾਹੀਦੀ ਹੈ। ਉਸਨੇ ਬਾਜ਼ਾਰ ਵਿੱਚੋਂ 1 ਟੋਕਾ, ਦਾਤਰੀ ਅਤੇ ਹੋਰ ਸਮਾਨ ਖਰੀਦ ਕੇ ਉਸ ਆਦਮੀ ਦੇ ਹਵਾਲੇ ਕੀਤਾ ਅਤੇ ਉਸਨੂੰ ਆਖਿਓਸ, ਕਿਸੇ ਦਾ ਮੁਜੇਰਾ ਬਣ ਜਾ ਅਤੇ 1 ਸਾਲ ਵਿੱਚ ਕੁਝ ਦਾਣਾ ਫੱਕਾ ਇਕੱਠਾ ਕਰਕੇ ਫਿਰ ਆਪਣੀ ਜ਼ਮੀਨ ਜੋ ਗਹਿਣੇ ਪਈ ਹੈ ਛੁਡਾ ਲਵੀਂ। ਉਸ ਆਦਮੀ ਨੇ ਬਹੁਤ ਸ਼ੁਕਰ ਕਰਕੇ ਬਲਦਾਂ ਦੀ ਜੋੜੀ ਅਤੇ ਹੋਰ ਸਮਾਨ ਰਾਮਦਾਸ ਪਾਸੋਂ ਲੈ ਲਿਆ ਅਤੇ ਰਾਮਦਾਸ ਦੂਜੇ ਦਿਨ ਸਵੇਰੇ ਇਹਨਾਂ ਨੂੰ ਸੁੱਤੇ ਪਿਆਂ ਛੋੜ ਆਪਣੀ ਗਠੜੀ ਮੋਢੇ ਤੇ ਬੰਨ੍ਹ ਕੇ ਟੁਰ ਪਿਆ। ਜਦ ਉਹ ਗਲੀ ਵਿੱਚੋਂ ਲੰਘ ਰਿਹਾ ਸੀ ਤਾਂ ਉਸ ਦੇ ਅੱਗੇ 2 ਤੀਵੀਆਂ ਤੁਰੀਆਂ ਜਾਂਦੀਆਂ ਸਨ ਤੇ ਇੱਕ ਪਈ ਆਖਦੀ ਸੀ, ਨੀ ਬੰਤੀਏ, ਪਤਾ ਹੈ ਉਹ ਮਨੁੱਖ ਤਾਂ ਨਹੀਂ ਕੋਈ ਦੇਵਤਾ ਅਸਮਾਨੋਂ ਉਤਰਿਆ ਹੈ। ਉਹਨਾਂ ਨੇ ਪਹਿਲਾਂ ਤਾਂ ਉਸ ਨੂੰ ਪਛਾਣਿਆ ਹੀ ਨਹੀਂ। ਉਹ ਪਾਣੀ ਦਾ ਘੁੱਟ ਮੰਗਣ ਦੇ ਬਹਾਨੇ ਘਰ ਵਿੱਚ ਆਇਆ ਤੇ ਉੱਥੇ ਹੀ ਠਹਿਰ ਗਿਆ। ਉਸ ਨੇ ਉਹਨਾਂ ਨੂੰ ਬੋਲਦਾਂ ਦੀ ਜੋੜੀ ਲੈ ਦਿੱਤੀ ਹੈ, ਆਟੇ ਦੀਆਂ 2 ਬੋਰੀਆਂ ਸੁਟਾ ਦਿੱਤੀਆਂ ਸੂ ਅਤੇ ਅਜੇ ਉਸਨੇ ਹੋਰ ਕਈ ਚੀਜ਼ਾਂ ਖਰੀਦਣੀਆਂ ਹਨ। ਚੱਲ ਨੀ ਕਿਸੇ ਵੇਲੇ ਉਸਦਾ ਦਰਸ਼ਨ ਕਰ ਆਈਏ। ਇਹ ਗੱਲਾਂ ਸੁਣ ਕੇ ਰਾਮਦਾਸ ਦਾ ਕਲੇਜਾ ਜ਼ੋਰ ਨਾਲ ਧੜਕਣ ਲੱਗਾ ਅਤੇ ਛੇਤੀ ਕਦਮ ਪੁੱਟ ਕੇ ਉਹ ਪਿੰਡੋਂ ਬਾਹਰ ਹੋ ਗਿਆ ਅਤੇ 1 ਕੋਹ ਭਰ ਮੁੜ ਕੇ ਪਿਛਾਂਹ ਨਾ ਵੇਖਿਆ। ਜਦ ਰਾਮਦਾਸ 3 ਕੋਹ ਤੁਰ ਗਿਆ ਤਾਂ ਸੂਰਜ ਚੜ੍ਹ ਪਿਆ ਸੀ। ਉਹ ਸੜਕ ਦੇ ਇੱਕ ਪਾਸੇ ਹੋ ਕੇ ਬੈਠ ਗਿਆ ਤੇ ਆਪਣਾ ਬੁਝਕਾ ਖੋਲ੍ਹ ਕੇ ਉਸਨੇ ਰੁਪਏ ਗਿਣੇ। 100 ਰੁਪਏ ਘਰੋਂ ਲੈ ਕੇ ਤੁਰਿਆ ਸੀ, ਪਰ ਹੁਣ ਤਾਂ ਕੇਵਲ 11 ਰੁਪਏ ਬਾਕੀ ਸਨ। ਉਸਨੇ ਸੋਚਿਆ, ਮੈਂ 11 ਰੁਪਈਆਂ ਨਾਲ ਗੰਗਾ ਜੀ ਪਹੁੰਚ ਹੀ ਨਹੀਂ ਸਕਦਾ। ਮੁੜ ਕੇ ਆਉਣਾ ਤਾਂ ਇੱਕ ਪਾਸੇ ਰਿਹਾ। ਜੇ ਮੈਂ ਮੰਗ ਪਿੰਨ ਕੇ ਯਾਤਰਾ ਕਰਾਂ ਤਾਂ ਇਹ ਪਾਪ ਹੈ। ਮੇਰਾ ਮਿੱਤਰ ਸ਼ਾਮਦਾਸ ਉੱਥੇ ਪਹੁੰਚ ਜਾਵੇਗਾ ਅਤੇ ਗੰਗਾ ਮਾਈ ਵਿੱਚ 1 ਟੁੱਬੀ ਮੇਰੇ ਨਾਮ ਦੀ ਵੀ ਲਾ ਲਵੇਗਾ।
ਮੇਰੇ ਪਾਸੋਂ ਇਸ ਜਨਮ ਵਿੱਚ ਤਾਂ ਸੁਖਨਾ ਪੂਰੀ ਹੁੰਦੀ ਦਿਸਦੀ ਨਹੀਂ। ਅੱਛਾ, ਮੋਰ ਮੁਕਟ ਵਾਲਾ ਬਖਸ਼ੇਗਾ, ਜਿਸ ਦੀ ਬਖਸ਼ਿਸ਼ ਅਤੇ ਮੇਰੇ ਔਗਣ ਅਣਗਿਣਤ ਹਨ। ਇਹ ਸੋਚ ਕੇ ਰਾਮਦਾਸ ਉੱਠਿਆ ਤੇ ਪਿਛਾਂਹ ਮੁੜ ਪਿਆ। ਪਰ ਉਸ ਪਿੰਡ ਵਿੱਚੋਂ ਲੰਘਣ ਦੀ ਉਸਦੀ ਮਰਜ਼ੀ ਉੱਕੀ ਨਹੀਂ ਸੀ। ਇਸ ਵਾਸਤੇ 2-3 ਕੋਹਾਂ ਦਾ ਵਲਾਹ ਪਾ ਕੇ ਉਹ ਫੇਰ ਆਪਣੇ ਰਸਤੇ ਤੇ ਆ ਚੜ੍ਹਿਆ। ਜਾਂਦਿਆਂ ਤਾਂ ਉਸਨੂੰ ਪੈਂਡਾ ਬਹੁਤ ਮਾਲੂਮ ਹੁੰਦਾ ਸੀ, ਪਰ ਹੁਣ ਮੁੜਨ ਵਿੱਚ ਬੜੀ ਤੇਜ਼ੀ ਨਾਲ ਤੁਰਦਾ ਆਇਆ ਤੇ ਦਿਨ ਵਿੱਚ ਹੀ 30-35 ਕੋਹ ਕਰ ਲੈਂਦਾ ਰਿਹਾ। ਜਦ ਰਾਮਦਾਸ ਘਰ ਵਾਪਸ ਪਹੁੰਚਿਆ ਤਾਂ ਸਾਰਾ ਟੱਬਰ ਉਸਦੇ ਆਉਣ ਤੇ ਬਹੁਤ ਪ੍ਰਸੰਨ ਹੋਇਆ। ਹੋਰ ਮਿਲਣ ਗਿਲਣ ਵਾਲੇ ਵੀ ਆਏ ਅਤੇ ਸਾਰਿਆਂ ਨੇ ਅਧਵਾਟੇ ਮੁੜ ਆਉਣ ਦਾ ਕਾਰਨ ਪੁੱਛਿਆ, ਪਰ ਰਾਮਦਾਸ ਨੇ ਕਿਸੇ ਨੂੰ ਕਾਰਨ ਨਾ ਦੱਸਿਆ ਅਤੇ ਇਹੋ ਆਖਦਾ ਸੀ, ਨਿਰੰਕਾਰ ਦੀ ਇੱਛਾ ਨਹੀਂ ਸੀ ਕਿ ਮੈਂ ਗੰਗਾ ਮਾਈ ਦਾ ਇਸ਼ਨਾਨ ਕਰਾਂ। ਮੇਰੇ ਰੁਪਏ ਰਾਹ ਵਿੱਚ ਗੁਆਚ ਗਏ ਅਤੇ ਮੈਂ ਸਾਥੀ ਨਾਲੋਂ ਪਿੱਛੇ ਰਹਿ ਗਿਆ। ਮੈਨੂੰ ਕ੍ਰਿਸ਼ਨ ਬਿਹਾਰੀ ਇਹ ਸੁਖਨਾ ਬਖਸ਼ ਦੇਣਗੇ। ਰਾਮਦਾਸ ਨੇ ਬਾਕੀ ਬਚੇ ਹੋਏ 2-4 ਰੁਪਏ ਘਰ ਵਿੱਚ ਮੋੜ ਦਿੱਤੇ। ਘਰ ਵਿੱਚੋਂ ਕਿਸੇ ਨੇ ਬੁਰਾ ਨਾ ਮਨਾਇਆ ਕਿ ਰੁਪਏ ਕਿਉਂ ਗਵਾਚੇ। ਫਿਰ ਉਸਨੇ ਘਰ ਦਾ ਹਾਲ ਚਾਲ ਪੁੱਛਿਆ। ਉਸਦੇ ਪਿੱਛੋਂ ਘਰ ਦਾ ਸਭ ਕਾਰਜ ਠੀਕ ਚੱਲਦਾ ਰਿਹਾ ਸੀ। ਸਾਰਾ ਕੰਮ ਧੰਦਾ ਵੇਲੇ ਸਿਰ ਹੁੰਦਾ ਰਿਹਾ ਸੀ ਤੇ ਕੋਈ ਝਗੜਾ ਝਾਂਜਾ ਨਹੀਂ ਸੀ। ਸ਼ਾਮਦਾਸ ਕਿਆਂ ਨੇ ਵੀ ਆ ਕੇ ਆਪਣੇ ਬੁੱਢੇ ਦੀ ਖਬਰ ਸੁਰਤ ਪੁੱਛੀ ਤੇ ਰਾਮਦਾਸ ਨੇ ਉਹਨਾਂ ਨੂੰ ਤਸੱਲੀ ਦਿੱਤੀ। ਲੋਕੀ ਕੁਝ ਦਿਨ ਤੱਕ ਗੱਲਾਂ ਕਰਦੇ ਰਹੇ ਕਿ ਰਾਮਦਾਸ ਤੀਰਥਾਂ ਨੂੰ ਜਾਂਦਾ ਰਾਹ ਵਿੱਚੋਂ ਮੁੜ ਆਇਆ ਹੈ, ਪਰ ਫਿਰ ਉਹਨਾਂ ਨੂੰ ਇਹ ਗੱਲ ਭੁੱਲ ਗਈ ਤੇ ਰਾਮਦਾਸ ਨੂੰ ਵੀ ਹੋਰ ਰੁਝੇਵੇਂ ਪੈ ਗਏ। ਘਰ ਦੀ ਛੱਤ ਤੇ ਮਿੱਟੀ ਪਾਈ, ਕੁਝ ਲੱਕੜਾਂ ਵੱਢ ਲਿਆਂਦੀਆਂ ਔਰ ਆਪਣੇ ਪੁੱਤਰ ਨੂੰ ਨੌਕਰੀ ਵਾਸਤੇ ਪੰਜਾਬ ਵਿੱਚ ਭੇਜਿਆ ਤੇ ਆਪ ਬੱਕਰੀਆਂ ਪਾਲਣ ਦੇ ਕੰਮ ਵਿੱਚ ਰੁੱਝ ਗਿਆ। ਹੁਣ ਸ਼ਾਮਦਾਸ ਨਾਲ ਜੋ ਬੀਤੀ ਉਹ ਸੁਣੋ। ਜਿਸ ਪਿੰਡ ਵਿੱਚ ਉਹ ਰਾਮਦਾਸ ਨੂੰ ਛੱਡ ਗਿਆ ਸੀ, ਉਸ ਤੋਂ 5 ਕੋਹ ਦੂਰ ਜਾ ਕੇ ਸ਼ਾਮਦਾਸ ਬੈਠ ਗਿਆ ਅਤੇ ਆਪਣੇ ਸਾਥੀ ਨੂੰ ਉਡੀਕਣ ਲੱਗਾ। ਦੁਪਹਿਰ ਹੋ ਗਈ। ਉਸਨੇ ਕਮਰ ਕੱਸਾ ਖੋਲ ਕੇ ਲੱਕ ਸਿੱਧਾ ਕੀਤਾ ਤੇ ਰਤਾ ਸੌਂ ਲਿਆ। ਜਦ ਉਹ ਜਾਗਿਆ ਤਾਂ ਉਸੇ ਥਾਂ ਤੇ ਬੈਠ ਕੇ ਫਿਰ ਉਡੀਕਣ ਲੱਗਾ। ਉਡੀਕਦਿਆਂ ਉਡੀਕਦਿਆਂ ਉਸਦੀਆਂ ਅੱਖਾਂ ਪੀੜ ਕਰਨ ਲੱਗ ਪਈਆਂ, ਪਰ ਰਾਮਦਾਸ ਨਾ ਆਇਆ। ਸੂਰਜ ਵੀ ਰਾਮਦਾਸ ਦੀ ਉਡੀਕ ਕਰਕੇ ਥੱਕ ਗਿਆ ਅਤੇ ਪੱਛੋਂ ਵੱਲ ਜਾ ਕੇ ਲੁਕ ਗਿਆ, ਪਰ ਸ਼ਾਮਦਾਸ ਵਿਚਾਰਾ ਉੱਥੇ ਹੀ ਬੈਠਾ ਉਡੀਕਦਾ ਰਿਹਾ। ਅਖੀਰ ਉਸਨੇ ਸੋਚਿਆ, ਕੀ ਪਤਾ ਮੈਥੋਂ ਅੱਗੇ ਲੰਘ ਗਿਆ ਹੋਵੇ। ਜਦ ਮੈਂ ਸੁੱਤਾ ਪਿਆ ਸੀ, ਕੀ ਪਤਾ ਉਸਨੇ ਕਿਸੇ ਨੇ ਬੈਲ ਗੱਡੀ ਵਿੱਚ ਬਿਠਾ ਕੇ ਕੁਝ ਪੈਂਡਾ ਟਪਾ ਛੱਡਿਆ ਹੋਵੇ। ਹੈ ਤਾਂ ਇਹ ਅਣਹੋਣੀ ਗੱਲ ਕਿ ਮੈਂ ਇੱਥੇ ਸੁੱਤਾ ਪਿਆ ਹੋਵਾਂ ਤੇ ਰਾਹ ਜਾਂਦਾ ਰਾਮਦਾਸ ਮੈਨੂੰ ਵੇਖੇ ਨਾ। ਹੁਣ ਮੈਂ ਕੀ ਕਰਾਂ? ਜੇ ਮੁੜ ਜਾ ਕੇ ਪਿੰਡ ਵਿੱਚੋਂ ਪਤਾ ਕਰਾਂ ਤਾਂ ਖਬਰੇ ਉਹ ਅੱਗੇ ਲੰਘ ਗਿਆ ਹੋਵੇ ਅਤੇ ਸਾਡੇ ਵਿਚਾਲੇ ਵਿੱਥ ਇੰਨੀ ਵੱਧ ਜਾਵੇ ਜੋ ਅਸੀਂ ਫਿਰ ਕਦੀ ਮਿਲ ਹੀ ਨਾ ਸਕੀਏ। ਚੰਗਾ ਇਹੋ ਹੈ ਜੋ ਮੈਂ ਅੱਗੇ ਤੁਰ ਪਵਾਂ। ਰਾਹ ਵਿੱਚ ਪੁੱਛਦਾ ਜਾਵਾਂਗਾ, ਕਿਸੇ ਨਾ ਕਿਸੇ ਥਾਂ ਤੇ ਜ਼ਰੂਰ ਰਾਮਦਾਸ ਦਾ ਪਤਾ ਲੱਗ ਜਾਵੇਗਾ। ਇਹ ਸੋਚ ਕੇ ਉਹ ਤੁਰ ਪਿਆ ਅਤੇ ਜਿਸ ਪਿੰਡ ਵਿੱਚ ਜਾ ਠਹਿਰਿਆ ਉੱਥੋਂ ਦੇ ਚੌਕੀਦਾਰ ਨੂੰ ਰਾਮਦਾਸ ਦਾ ਹੁਲੀਆ ਦੱਸ ਕੇ ਕਹਿਓਸ, ਜੇ ਇਸ ਹੁਲੀਏ ਦਾ ਬੁੱਢਾ ਰਾਤ ਨੂੰ ਆਵੇ ਤਾਂ ਮੇਰੇ ਪਾਸ ਲੈ ਆਉਣਾ। ਇਹ ਰਾਤ ਵੀ ਬੀਤ ਗਈ, ਪਰ ਰਾਮਦਾਸ ਨਾ ਆਇਆ। ਦੂਜੇ ਦਿਨ ਸ਼ਾਮਦਾਸ ਨੂੰ ਯਕੀਨ ਹੋ ਗਿਆ ਕਿ ਰਾਮਦਾਸ ਮੈਥੋਂ ਅੱਗੇ ਲੰਘ ਗਿਆ ਹੈ। ਉਹ ਸਾਰੇ ਰਾਹ ਲੋਕਾਂ ਨੂੰ ਪੁੱਛਦਾ ਅੱਗੇ ਅੱਗੇ ਤੁਰਿਆ ਗਿਆ। ਜਦ ਸਹਾਰਨਪੁਰ ਪਹੁੰਚਿਆ ਤਾਂ ਉੱਥੇ ਹੋਰ ਕੋਈ ਯਾਤਰੀ ਮਿਲੇ। ਸ਼ਾਮਦਾਸ ਨੇ ਕਈ ਪੰਜਾਬੀ ਯਾਤਰੀਆਂ ਪਾਸੋਂ ਚੰਗੀ ਤਰ੍ਹਾਂ ਪੁੱਛਿਆ, ਪਰ ਰਾਮਦਾਸ ਦਾ ਕੋਈ ਥਹੁ ਨਾ ਮਿਲਿਆ। ਅਖੀਰ ਇੱਕ ਟੋਲੇ ਨਾਲ ਰਲ ਕੇ ਉਸਨੇ ਹਰਿਦੁਆਰ ਵੱਲ ਮੂੰਹ ਕੀਤਾ ਅਤੇ ਜੈ ਗੰਗੇ ਕਰਦਾ ਹੋਇਆ ਤੀਰਥਾਂ ਦੇ ਦਰਸ਼ਨਾਂ ਦੇ ਚਾਅ ਵਿੱਚ ਤੁਰਿਆ ਗਿਆ। ਸਹਾਰਨਪੁਰ ਤੋਂ ਸ਼ਾਮਦਾਸ ਨਾਲ ਇੱਕ ਸਾਥੀ ਰਲ ਪਿਆ। ਇਹ ਆਦਮੀ ਸਿੰਧ ਦੇਸ਼ ਦਾ ਸੀ, ਪਰ ਕੁਝ ਪੰਜਾਬੀ ਬੋਲ ਸਕਦਾ ਸੀ। ਇਹ ਅਤੇ ਸ਼ਾਮਦਾਸ ਯਾਤਰਾ ਲਈ ਇਕੱਠੇ ਹੋ ਗਏ। ਸਿੰਧੀ ਚਿਹਰੇ ਮੋਹਰੇ ਤੋਂ ਚੰਗਾ ਪੁਰਸ਼ ਜਾਪਦਾ ਸੀ। ਪਰ ਇੱਕ ਗੱਲ ਅਜੀਬ ਸੀ ਕਿ ਜਿੱਥੇ ਵੀ ਇੱਕ ਪੈਸਾ ਖਰਚਣ ਦੀ ਲੋੜ ਪਵੇ ਉੱਥੇ ਉਹ ਸ਼ਾਮਦਾਸ ਨੂੰ ਅਗਾਂਹ ਕਰ ਦਿੰਦਾ ਸੀ। ਇਹ ਜਥਾ ਚੱਲਦਾ ਚੱਲਦਾ ਜਵਾਲਾਪੁਰ ਪਹੁੰਚਿਆ। ਇੱਥੇ ਪਾਂਡਿਆਂ ਅਤੇ ਪ੍ਰੋਹਤਾਂ ਦਾ ਗੜ੍ਹ ਹੈ। ਸ਼ਾਮਦਾਸ ਅਤੇ ਸਿੰਧੀ ਨੂੰ ਵੀ ਕਈ ਪ੍ਰੋਹਤਾਂ ਨੇ ਘੇਰਿਆ, ਪਰ ਸਾਰਿਆਂ ਤੋਂ ਜਾਨ ਬਚਾਉਂਦੇ ਹੋਏ ਇਹ ਤੁਰੇ ਗਏ ਅਤੇ ਤ੍ਰਿਕਾਲਾ ਤੱਕ ਹਰਿਦੁਆਰ ਪਹੁੰਚ ਗਏ। ਗੰਗਾ ਮਾਈ ਦੇ ਦਰਸ਼ਨ ਕਰਕੇ ਜੋ ਖੁਸ਼ੀ ਸ਼ਾਮਦਾਸ ਨੂੰ ਹੋਈ ਉਸਦਾ ਕੀ ਠਿਕਾਣਾ। ਜਿਹੜੇ ਦਰਸ਼ਨਾਂ ਵਾਸਤੇ 6 ਮਹੀਨੇ ਪੈਂਡਾ ਕੀਤਾ ਅਤੇ ਕਈ ਪ੍ਰਕਾਰ ਦੀਆਂ ਤਕਲੀਫਾਂ ਭੋਗੀਆਂ, ਉਹ ਦਰਸ਼ਨ ਅੱਜ ਨਸੀਬ ਹੋਏ। ਰਾਤ ਪੈ ਚੁੱਕੀ ਸੀ ਅਤੇ ਗੰਗਾ ਦੇ ਕਿਨਾਰੇ ਹੀ ਇੱਕ ਥਾਂ ਤੇ ਚਾਦਰ ਵਿਛਾ ਕੇ ਇਹ ਦੋਵੇਂ ਆਦਮੀ ਸੌਂ ਗਏ। ਦੂਜੇ ਦਿਨ ਇਹਨਾਂ ਨੇ ਤੜਕੇ ਉੱਠ ਕੇ ਹਰ ਕੀ ਪੌੜੀ ਤੇ ਇਸ਼ਨਾਨ ਕੀਤਾ, ਪਰ ਸ਼ਾਮਦਾਸ ਇਹ ਵੇਖ ਕੇ ਬੜਾ ਅਚਰਜ ਹੋਇਆ ਕਿ ਉਸ ਤੋਂ ਕੁਝ ਦੂਰ ਇੱਕ ਬੁੱਢਾ ਗੰਗਾ ਦਾ ਇਸ਼ਨਾਨ ਕਰ ਰਿਹਾ ਸੀ। ਇਸ ਬੁੱਢੇ ਦੇ ਸਿਰ ਤੋਂ ਇਹ ਜਾਪਦਾ ਸੀ ਕਿ ਇਹ ਰਾਮਦਾਸ ਹੈ, ਪਰ ਉਸ ਵੇਲੇ ਲੋਕਾਂ ਦੀ ਬਹੁਤ ਭੀੜ ਸੀ ਅਤੇ ਉਸ ਬੁੱਢੇ ਤੱਕ ਪਹੁੰਚਣਾ ਔਖਾ ਸੀ। ਸ਼ਾਮਦਾਸ ਨੇ ਇਸ਼ਨਾਨ ਕਰਕੇ ਕੱਪੜੇ ਪਾਏ ਅਤੇ ਕਿਨਾਰੇ ਤੇ ਭਾਲ ਕਰਨ ਲੱਗਾ ਕਿ ਮਤਾ ਕਿਤੇ ਰਾਮਦਾਸ ਲੱਭ ਪਵੇ, ਪਰ ਇਹ ਯਤਨ ਨਿਸਫਲ ਰਿਹਾ।
ਜਦ ਇਸ਼ਨਾਨ ਕਰਕੇ ਵਿਹਲੇ ਹੋਏ ਤਾਂ ਇਹਨਾਂ ਨੇ ਇੱਕ ਧਰਮਸ਼ਾਲਾ ਵਿੱਚ ਡੇਰਾ ਕੀਤਾ। ਰੋਟੀ ਖਾ ਚੁੱਕੇ ਤਾਂ ਸਿੰਧੀ ਨੇ ਆਪਣੀ ਜੇਬ ਵਿੱਚ ਹੱਥ ਪਾ ਕੇ ਅਚਨਚੇਤ ਰੌਲਾ ਪਾਉਣਾ ਸ਼ੁਰੂ ਕੀਤਾ। ਹਾਏ, ਮੈਂ ਲੁੱਟਿਆ ਗਿਆ, ਮੇਰੀ ਰੁਪਇਆਂ ਵਾਲੀ ਵਾਸਨੀ ਕਿਸੇ ਨੇ ਲੁੱਟ ਲਈ, ਮੈਂ ਗਰੀਬ ਉੱਕਾ ਕੰਗਲਾ ਹੋ ਗਿਆ, ਮੇਰੇ ਪਾਸ ਇੱਕ ਪੈਸਾ ਵੀ ਨਹੀਂ ਰਿਹਾ। ਕੁਝ ਆਦਮੀ ਇਕੱਠੇ ਹੋ ਗਏ ਪਰ ਵਾਸਨੀ ਕਿੱਥੋਂ ਲੱਭਣੀ ਸੀ। ਅਫਸੋਸ ਕਰਦੇ ਹੋਏ ਲੋਕ ਆਪੋ ਆਪਣੇ ਰਾਹ ਪਏ। ਸ਼ਾਮਦਾਸ ਦੇ ਮਨ ਵਿੱਚ ਵਿਚਾਰ ਆਈ, ਇਹ ਸਿੰਧੀ ਬੜਾ ਚਤਰ ਜਾਪਦਾ ਹੈ, ਇਸ ਦੇ ਪਾਸ ਤਾਂ ਇੱਕ ਪੈਸਾ ਵੀ ਨਹੀਂ ਸੀ, ਸਗੋਂ ਇਸਨੇ ਮੇਰੇ ਪਾਸੋਂ 2 ਰੁਪਏ ਉਧਾਰੇ ਲਏ ਹੋਏ ਹਨ। ਇਸ ਦਾ ਰੋਟੀ ਪਾਣੀ ਦਾ ਖਰਚ ਵੀ ਮੈਂ ਦੇ ਰਿਹਾ ਹਾਂ। ਕੀ ਪਤਾ ਇਹ ਪੁਰਸ਼ ਇਸ ਪ੍ਰਕਾਰ ਦੀ ਚਲਾਕੀ ਕੇਵਲ ਮੈਨੂੰ ਧੋਖਾ ਦੇਣ ਲਈ ਪਿਆ ਕਰਦਾ ਹੋਵੇ। ਇਹ ਸੋਚ ਸ਼ਾਮਦਾਸ ਦੇ ਮਨ ਵਿੱਚ ਆਈ, ਪਰ ਉਸਨੇ ਮਨ ਨੂੰ ਬਹੁਤ ਤਾੜਿਆ ਅਤੇ ਸਮਝਾਇਆ। ਕੀ ਪਤਾ ਸੱਚੀ ਮੁੱਚੀ ਇਸ ਦੀ ਵਾਸਨੀ ਗੁਆਚੀ ਹੋਵੇ। ਇਸ ਸ਼ਖਸ ਨੇ ਤੀਰਥਾਂ ਤੇ ਆ ਕੇ ਕੀ ਝੂਠ ਬੋਲਣਾ ਸੀ। ਮੈਂ ਐਵੇਂ ਇੱਕ ਯਾਤਰੀ ਤੇ ਦੋਸ਼ ਲਾ ਕੇ ਆਪ ਪਾਪਾਂ ਦਾ ਭਾਗੀ ਪਿਆ ਬਣਦਾ ਹਾਂ। ਸ਼ਾਮਦਾਸ ਨੇ ਬਥੇਰਾ ਯਤਨ ਕੀਤਾ ਪਰ ਇਹ ਸ਼ੰਕਾ ਉਸਦੇ ਦਿਲ ਵਿੱਚ ਸਗੋਂ ਹੋਰ ਪੱਕੀ ਹੁੰਦੀ ਗਈ ਅਤੇ ਅਖੀਰ ਉਸਨੇ ਸਿੰਧੀ ਦਾ ਸੰਗ ਛੱਡ ਦਿੱਤਾ। ਉਸ ਦਿਨ ਸ਼ਾਮ ਨੂੰ ਸ਼ਾਮਦਾਸ ਨੇ ਇਕੱਲੇ ਜਾ ਕੇ ਕਨਖਲ ਦੀ ਯਾਤਰਾ ਕੀਤੀ। 2 ਪੈਸੇ ਦੇ ਛੋਲੇ ਲੈ ਕੇ ਬਾਂਦਰਾਂ ਨੂੰ ਪਾਏ ਅਤੇ ਮੁੜ ਆਪਣੇ ਟਿਕਾਣੇ ਤੇ ਸਮੀ ਸਾਂਝ ਆ ਕੇ ਸੌਂ ਗਿਆ। ਦੂਜੇ ਦਿਨ ਵਿਸਾਖੀ ਦਾ ਇਸ਼ਨਾਨ ਸੀ ਅਤੇ ਸ਼ਾਮਦਾਸ ਬਹੁਤ ਹੀ ਤੜਕੇ ਉੱਠ ਕੇ ਹਰ ਕੀ ਪੌੜੀ ਤੇ ਪਹੁੰਚਿਆ। ਇਸ਼ਨਾਨ ਕਰਦਿਆਂ ਉਸਨੇ ਫੇਰ ਵੇਖਿਆ ਕਿ ਰਾਮਦਾਸ ਵਰਗਾ ਇੱਕ ਬੁੱਢਾ ਕੁਝ ਅੱਗੇ ਹੋ ਕੇ ਇਸ਼ਨਾਨ ਕਰ ਰਿਹਾ ਹੈ। ਉਸ ਬੁੱਢੇ ਨੇ ਸਿਰ ਇਸ ਪਾਸੇ ਕੀਤਾ ਤਾਂ ਸ਼ਾਮਦਾਸ ਨੂੰ ਯਕੀਨ ਹੋ ਗਿਆ ਕਿ ਇਹ ਰਾਮਦਾਸ ਹੈ, ਹੋਰ ਕੋਈ ਨਹੀਂ। ਉਸਨੇ 1-2 ਆਵਾਜ਼ਾਂ ਵੀ ਮਾਰੀਆਂ ਪਰ ਬੁੱਢੇ ਦਾ ਫਿਰ ਕੁਝ ਪਤਾ ਨਾ ਲੱਗਾ। ਸ਼ਾਮਦਾਸ ਮਨ ਵਿੱਚ ਬਹੁਤ ਹੈਰਾਨ ਸੀ ਕਿ ਰਾਮਦਾਸ ਨੇ ਹੱਦ ਕੀਤੀ ਹੈ, ਮੇਥੋਂ ਪਹਿਲਾਂ ਪਹੁੰਚ ਕੇ ਇਹ 2 ਵਾਰ ਇਸ਼ਨਾਨ ਵੀ ਕਰ ਚੁੱਕਾ ਹੈ। ਹਰਿਦੁਆਰ ਦੇ ਮੰਦਰਾਂ ਦੇ 2 ਦਿਨਾਂ ਵਿੱਚ ਦਰਸ਼ਨ ਕਰਕੇ ਸ਼ਾਮਦਾਸ ਰਿਸ਼ੀਕੇਸ਼ ਨੂੰ ਚੱਲਿਆ। ਰਸਤੇ ਵਿੱਚ ਭੀਮ ਗੋਡੇ ਦੇ ਦਰਸ਼ਨ ਕਰਦਾ ਉਸੇ ਦਿਨ ਰਿਸ਼ੀਕੇਸ਼ ਪਹੁੰਚ ਗਿਆ। ਇੱਥੇ ਸਵਰਗ ਆਸ਼ਰਮ ਅਤੇ ਖੇਤਰਾਂ ਦੇ ਦ੍ਰਿਸ਼ ਵੇਖ ਝਾਕ ਕੇ ਲਛਮਣ ਝੂਲੇ ਪਹੁੰਚਿਆ ਅਤੇ ਉੱਥੋਂ ਇੱਕ ਪਾਰਟੀ ਦੇ ਨਾਲ ਬਦਰੀ ਨਾਰਾਇਣ ਦੇ ਦਰਸ਼ਨਾਂ ਨੂੰ ਤੁਰ ਪਿਆ। ਇਹ ਇਲਾਕਾ ਰਿਆਸਤ ਟੇਰੀ ਵਿੱਚ ਹੈ ਅਤੇ ਇੱਥੇ ਬਹੁਤ ਠੰਡ ਪੈਂਦੀ ਹੈ, ਪਰ ਸ਼ਾਮਦਾਸ ਵੀ ਜੰਮੂ ਦੇਸ਼ ਦਾ ਵਾਸੀ ਸੀ। ਉਸਨੇ ਠੰਡ ਦੀ ਪਰਵਾਹ ਨਾ ਕੀਤੀ ਅਤੇ 1 ਮਹੀਨੇ ਵਿੱਚ ਬਦਰੀ ਨਾਰਾਇਣ ਪਹੁੰਚ ਗਿਆ। ਪਰ ਇੱਥੇ ਮੰਦਿਰ ਵਿੱਚ ਪਹੁੰਚ ਕੇ ਉਸਨੇ ਇੱਕ ਅਚੰਭਾ ਵੇਖਿਆ। ਮੰਦਿਰ ਦੇ ਮੱਧ ਵਿੱਚ ਜਿੱਥੇ ਦੇਵਤਿਆਂ ਦੀਆਂ ਮੂਰਤੀਆਂ ਸਨ, ਉੱਥੇ ਇੱਕ ਬੁੱਢਾ ਮੱਥਾ ਟੇਕ ਰਿਹਾ ਸੀ। ਜਦ ਬੁੱਢੇ ਨੇ ਸਿਰ ਉੱਚਾ ਕੀਤਾ ਤਾਂ ਸ਼ਾਮਦਾਸ ਵੇਖ ਕੇ ਹੈਰਾਨ ਰਹਿ ਗਿਆ। ਉਹ ਬੁੱਢਾ ਰਾਮਦਾਸ ਸੀ। ਸ਼ਾਮਦਾਸ ਨੇ ਅੱਗੇ ਖੜੇ ਆਦਮੀਆਂ ਦੇ ਪਰੇ ਰਾਮਦਾਸ ਨੂੰ ਵੇਖਿਆ ਅਤੇ ਮੰਦਿਰ ਦੇ ਦਰਵਾਜ਼ੇ ਵਿੱਚ ਹੀ ਖੜਾ ਹੋ ਗਿਆ ਕਿ ਇੱਥੋਂ ਦੀ ਲੰਘੇਗਾ ਤਾਂ ਮੈਂ ਮਿਲ ਪਵਾਂਗਾ। ਸਾਰੇ ਆਦਮੀ ਮੱਥਾ ਟੇਕ ਕੇ ਚਲੇ ਗਏ ਪਰ ਰਾਮਦਾਸ ਅੰਦਰੋਂ ਨਾ ਲੱਭਿਆ। ਇਸ ਪ੍ਰਕਾਰ ਤੀਰਥ ਯਾਤਰਾ ਕਰਕੇ ਸ਼ਾਮਦਾਸ ਪਿਛਾਂਹ ਮੁੜਿਆ। ਉਹ ਹੈਰਾਨ ਸੀ ਕਿ ਰਾਮਦਾਸ ਨੂੰ ਮੈਂ 2 ਵਾਰੀ ਹਰਿਦੁਆਰ ਅਤੇ 1 ਵਾਰੀ ਬਦਰੀ ਨਾਰਾਇਣ ਵੇਖਿਆ ਹੈ, ਉਹ ਉੱਥੇ ਕਿਵੇਂ ਪਹੁੰਚ ਗਿਆ। ਇਹ ਖਿਆਲ ਉਸਨੂੰ ਮੁੜ ਕੇ ਆਉਂਦਾ ਸੀ। ਕੁਝ ਦਿਨ ਤਾਂ ਇਸੇ ਖਿਆਲ ਵਿੱਚ ਬੀਤੇ। ਜਦੋਂ ਅੱਧਾ ਕੁ ਪੈਂਡਾ ਨਿਬੜ ਗਿਆ ਤਾਂ ਫੇਰ ਦੁਨੀਆ ਦੇ ਧੰਦੇ ਚੇਤੇ ਆਏ। ਦਿਲ ਵਿੱਚ ਤੌਖਲਾ ਪਿਆ ਕਿ ਘਰ ਦਾ ਕੰਮ ਧੰਦਾ ਕੀ ਪਤਾ ਕਿਵੇਂ ਚੱਲਦਾ ਹੋਵੇਗਾ। ਉਸਨੇ ਸੋਚਿਆ, ਘਰ ਦੀ ਜਾਇਦਾਦ ਬਣਾਉਣ ਲੱਗਿਆ ਮੇਰੀ ਉਮਰ ਲੰਘ ਗਈ, ਪਰ ਵਿਗੜਨ ਲੱਗਿਆ ਮਿੰਟ ਦੀ ਦੇਰ ਨਹੀਂ ਲੱਗਣੀ। ਕੀ ਪਤਾ ਪਿੱਛੇ ਮੁੰਡਿਆਂ ਨੇ ਕੀ ਪ੍ਰਬੰਧ ਰੱਖਿਆ ਹੈ, ਫਸਲ ਕਿਹੋ ਜਿਹੀ ਹੈ, ਬੱਕਰੀਆਂ ਦਾ ਕੀ ਹਾਲ ਹੈ। ਇਹਨਾਂ ਸੋਚਾਂ ਵਿੱਚ ਤੁਰੇ ਜਾਂਦੇ ਸ਼ਾਮਦਾਸ ਨੂੰ ਉਸੇ ਦੇਸ਼ ਵਿੱਚੋਂ ਲੰਘਣਾ ਪਿਆ ਜਿੱਥੇ ਰਾਮਦਾਸ ਉਸ ਪਾਸੋਂ ਅੱਡ ਹੋਇਆ ਸੀ। ਇਸ ਦੇਸ਼ ਦੀ ਹੁਣ ਕਾਇਆ ਪਲਟੀ ਹੋਈ ਸੀ। ਪਿਛਲੇ ਸਾਲ ਇੱਥੇ ਕਾਲ ਸੀ ਪਰ ਹੁਣ ਸੁਕਾਲ ਦਾ ਰਾਜ ਸੀ। ਫਸਲਾਂ ਲਹਿ ਕਰ ਰਹੀਆਂ ਸਨ ਅਤੇ ਭੁੱਖੇ ਮਰਦੇ ਦੇਸ਼ ਵਿੱਚ ਜਾਨ ਪੈ ਗਈ ਸੀ। ਲੋਕਾਂ ਨੂੰ ਪੁਰਾਣੇ ਦੁੱਖੜੇ ਭੁੱਲ ਗਏ ਸਨ। ਇੱਕ ਦਿਨ ਉਹ ਪਿੰਡ ਆ ਗਿਆ ਜਿਸ ਵਿੱਚ ਪਾਣੀ ਦਾ ਘੁੱਟ ਪੀਣ ਗਿਆ ਹੋਇਆ ਰਾਮਦਾਸ ਸ਼ਾਮਦਾਸ ਨਾਲੋਂ ਵਿਛੜ ਗਿਆ ਸੀ। ਇਸ ਪਿੰਡ ਵਿੱਚੋਂ ਜਦ ਸ਼ਾਮਦਾਸ ਲੰਘਣ ਲੱਗਾ ਤਾਂ ਇੱਕ ਕੁੜੀ ਨੇ ਇਸ ਦਾ ਕੁੜਤਾ ਫੜ ਕੇ ਕਿਹਾ, ਬਾਬਾ ਜੀ ਸਾਡੇ ਘਰ ਆਓ। ਸ਼ਾਮਦਾਸ ਦੀ ਮਰਜ਼ੀ ਤਾਂ ਤੁਰੇ ਜਾਣ ਦੀ ਸੀ, ਪਰ ਛੋਟੀ ਕੁੜੀ ਨੇ ਅਗਾਂਹ ਨਾ ਜਾਣ ਦਿੱਤਾ ਤੇ ਬੁੱਢੇ ਸ਼ਾਮਦਾਸ ਨੂੰ ਖਿੱਚਦੀ ਖਿਚਾਉਂਦੀ ਆਪਣੇ ਘਰ ਲੈ ਗਈ, ਜਿੱਥੇ ਉਸਦੀ ਦਾਦੀ ਅਤੇ ਭਰਾ ਬੈਠੇ ਹੋਏ ਸਨ। ਮੁੰਡੇ ਨੇ ਆਖਿਆ, ਆਓ ਬਾਬਾ ਜੀ, ਰਾਤ ਸਾਡੇ ਪਾਸ ਠਹਿਰੋ ਅਤੇ ਟੁੱਕ ਇੱਥੇ ਹੀ ਖਾਓ। ਸ਼ਾਮਦਾਸ ਕੁਝ ਹੈਰਾਨ ਹੋ ਕੇ ਅੰਦਰ ਚਲਾ ਗਿਆ। ਉਸਦੇ ਮਨ ਵਿੱਚ ਆਇਆ, ਜੂ ਰਾਮਦਾਸ ਦਾ ਇਸ ਘਰੋਂ ਪਤਾ ਲਵਾਂ, ਸ਼ਾਇਦ ਇਹਨਾਂ ਲੋਕਾਂ ਨੂੰ ਕੁਝ ਸਹੁੰ ਖਬਰ ਹੋਵੇ। ਬੁੱਢੀ ਮਾਈ ਨੇ ਉਸਨੂੰ ਗਰਮ ਪਾਣੀ ਮੂੰਹ ਹੱਥ ਧੋਣ ਲਈ ਲਿਆ ਦਿੱਤਾ ਤੇ ਫਿਰ ਰੋਹ ਦੀ ਖੀਰ ਦਾ ਛੰਨਾ ਭਰ ਕੇ ਲੈ ਆਈ। ਸ਼ਾਮਦਾਸ ਨੇ ਮਾਈ ਦਾ ਧੰਨਵਾਦ ਕੀਤਾ ਤੇ ਪਰਦੇਸੀ ਯਾਤਰੀਆਂ ਦੀ ਸੇਵਾ ਟਹਿਲ ਦੇ ਕਾਰਨ ਉਸ ਦੀ ਉਪਮਾ ਕੀਤੀ। ਮਾਈ ਨੇ ਉੱਤਰ ਦਿੱਤਾ, ਵੀਰਾ, ਅਸੀਂ ਤਾਂ ਪਰਦੇਸੀਆਂ ਦੇ ਦਾਸ ਹਾਂ। ਸਾਨੂੰ ਇੱਕ ਪਰਦੇਸੀ ਨੇ ਜੀਵਨ ਜੁਗਤੀ ਦੱਸੀ। ਅਸੀਂ ਆਪਣੇ ਕੁਕਰਮਾਂ ਦੇ ਕਾਰਨ ਰੱਬ ਨੂੰ ਭੁਲਾ ਬੈਠੇ ਸਾਂ ਤੇ ਰੱਬ ਨੇ ਸਾਨੂੰ ਅਜਿਹੀ ਸਜ਼ਾ ਦਿੱਤੀ ਜੋ ਅਸੀਂ ਮਰਨ ਮਰਾਂਦ ਹੋ ਗਏ। ਪਿਛਲੇ ਸਿਆਲੇ ਅਸੀਂ ਸਾਰੇ ਬਿਮਾਰ ਪੈ ਗਏ ਤੇ ਖਾਣ ਨੂੰ ਸਾਡੇ ਘਰ ਫੱਕਾ ਵੀ ਨਾ ਰਿਹਾ। ਅਸੀਂ ਐਵੇਂ ਵਿਲੂੰ ਕਰਦੇ ਮਰ ਜਾਣਾ ਸੀ, ਪਰ ਅਕਾਲ ਪੁਰਖ ਨੇ ਮਿਹਰ ਕਰਕੇ ਸਾਡੀ ਮਦਦ ਲਈ ਇੱਕ ਬਿਰਧ ਸਰੀਰ ਭੇਜਿਆ।
ਉਹ ਤੁਹਾਡੀ ਹੀ ਉਮਰ ਦਾ ਸੀ। ਉਹ ਸਾਡੇ ਘਰ ਪਾਣੀ ਦਾ ਘੁੱਟ ਮੰਗਣ ਆਇਆ ਤੇ ਸਾਡੀ ਤਰਸਯੋਗ ਦਸ਼ਾ ਵੇਖ ਕੇ ਠਹਿਰ ਪਿਆ। ਉਸਨੇ ਸਾਡੇ ਅੰਨ ਦਾਣੇ ਦਾ ਪ੍ਰਬੰਧ ਕੀਤਾ, ਸਾਡੀ ਸੇਵਾ ਕੀਤੀ, ਸਾਡੇ ਗਹਿਣੇ ਪਈ ਭੋਏ ਮੁੜਾ ਦਿੱਤੀ ਅਤੇ ਇੱਕ ਬੌਲਦਾਂ ਦੀ ਜੋੜੀ ਸਾਨੂੰ ਲੈ ਕੇ ਦੇ ਗਿਆ। ਇਸ ਦੀ ਗੱਲ ਵਿੱਚੋਂ ਟੁੱਕ ਕੇ ਮਾਈ ਦੀ ਨਹੁੰ ਆਖਣ ਲੱਗੀ, ਪਤਾ ਨਹੀਂ ਉਹ ਆਦਮੀ ਸੀ ਕਿ ਰੱਬ ਨੇ ਕੋਈ ਦੇਵਤਾ ਸਾਡੀ ਮਦਦ ਨੂੰ ਭੇਜਿਆ ਸੀ। ਉਸਨੇ ਸਾਡੇ ਪਰ ਦਇਆ ਕੀਤੀ ਤੇ ਮਿਹਰ ਕੀਤੀ। ਜਾਂਦਿਆਂ ਆਪਣਾ ਨਾਮ ਵੀ ਦੱਸ ਕੇ ਨਹੀਂ ਗਿਆ। ਅਸੀਂ ਉਸ ਨੂੰ ਹੀਣ ਹਸਤੀ ਨੂੰ ਅਸੀਸਾਂ ਪਏ ਦਿੰਦੇ ਹਾਂ। ਮੈਨੂੰ ਹੁਣ ਵੀ ਚੇਤੇ ਹੈ ਕਿ ਮੈਂ ਇੱਕ ਖੂੰਜੇ ਵਿੱਚ ਪਈ ਮੌਤ ਨੂੰ ਉਡੀਕਦੀ ਸਾਂ। ਉਹ ਬੁੱਢਾ ਮਨੁੱਖ ਅੰਦਰ ਆਇਆ ਤੇ ਪਾਣੀ ਦਾ ਘੁੱਟ ਮੰਗਣ ਲੱਗਾ। ਮੈਂ ਦਿਲ ਵਿੱਚ ਕਿਹਾ, ਇਹ ਓਪਰਾ ਮਨੁੱਖ ਸਾਡੇ ਘਰ ਕਿਉਂ ਵੜ ਆਇਆ ਹੈ? ਪਰ ਉਸ ਭਲੇ ਪੁਰਸ਼ ਨੇ ਸਾਡੀ ਭੈੜੀ ਅਵਸਥਾ ਵੇਖ ਕੇ ਆਪਣਾ ਬੁਚਕਾ ਇਸੇ ਥਾਂ ਤੇ ਖੋਲ ਕੇ ਰੱਖ ਦਿੱਤਾ। ਛੋਟੀ ਕੁੜੀ ਬੋਲੀ, ਨਹੀਂ ਬੇਬੇ, ਪਹਿਲਾਂ ਬੁਚਕਾ ਉਸਨੇ ਐਸ ਮੰਜੇ ਉੱਤੇ ਰੱਖਿਆ ਸੀ ਤੇ ਫਿਰ ਚੁੱਕ ਕੇ ਸੰਦੂਕ ਤੇ। ਉਸ ਸਾਰੇ ਟੱਬਰ ਨੇ ਰਾਮਦਾਸ ਦੀ ਕਥਨੀ ਔਰ ਕਰਨੀ ਦੀ ਚਰਚਾ ਸ਼ੁਰੂ ਕਰ ਦਿੱਤੀ। ਇੱਥੇ ਸੁੱਤਾ ਸੀ, ਇੱਥੇ ਖੜੇ ਹੋ ਕੇ ਉਸਨੇ ਪਾਣੀ ਪੀਤਾ, ਇਸ ਦਰਵਾਜ਼ੇ ਵਿੱਚ ਬੈਠਾ ਸੀ, ਇਹ ਗੱਲ ਕਹਿੰਦਾ ਸੀ, ਇਤਿਆਦਿ। ਰਾਤ ਵੇਲੇ ਉਸ ਘਰ ਦਾ ਮਾਲਕ ਵੀ ਖੇਤੀ ਤੋਂ ਵਿਹਲਾ ਹੋ ਕੇ ਆਇਆ ਅਤੇ ਉਸਨੇ ਵੀ ਸ਼ਾਮਦਾਸ ਦੇ ਸਨਮੁਖ ਰਾਮਦਾਸ ਦੀ ਨੇਕੀ ਦੀ ਵਾਰਤਾ ਛੇੜੀ ਅਤੇ ਆਖਿਆ, ਜੇ ਕਦੇ ਉਹ ਨੇਕ ਆਦਮੀ ਨਾ ਆਉਂਦਾ ਤਾਂ ਅਸੀਂ ਪਾਪ ਦਾ ਫਲ ਭੋਗਦੇ ਹੋਏ ਮਰ ਜਾਣਾ ਸੀ। ਅਸੀਂ ਨਿਰਾਸਤਾ ਵਿੱਚ ਰੁੜ ਚੱਲੇ ਸਾਂ। ਰੱਬ ਅਤੇ ਉਸਦੇ ਬੰਦੇ ਸਾਨੂੰ ਭੈੜੇ ਲੱਗਦੇ ਸਨ, ਪਰ ਉਸ ਰੱਬੀ ਬੰਦੇ ਨੇ ਸਾਨੂੰ ਡਿੱਗੇ ਪਿਆਂ ਨੂੰ ਚੁੱਕਿਆ। ਉਸਨੇ ਸਾਨੂੰ ਰੱਬ ਤੇ ਭਰੋਸਾ ਕਰਨਾ ਸਿਖਾਇਆ ਅਤੇ ਆਦਮੀ ਵਿੱਚ ਨੇਕੀ ਦਾ ਬੀਜ ਪ੍ਰਗਟ ਕਰਕੇ ਵਿਖਾਇਆ। ਉਸ ਰੱਬ ਉਸਦਾ ਭਲਾ ਕਰੇ। ਅਸੀਂ ਡੰਗਰਾਂ ਵਾਂਗ ਜੀਵਨ ਬਿਤਾਉਂਦੇ ਸਾਂ, ਉਸਨੇ ਸਾਨੂੰ ਆਦਮੀ ਬਣਾਇਆ। ਉਸ ਰਾਤ ਉਸੇ ਘਰ ਵਿੱਚ ਸੁੱਤੇ ਪਏ ਸ਼ਾਮਦਾਸ ਨੂੰ ਨੀਂਦਰ ਨਾ ਪਈ। ਉਸ ਨੂੰ ਮੁੜ ਮੁੜ ਕੇ ਇਹੋ ਖਿਆਲ ਆਉਂਦਾ ਸੀ ਕਿ ਰਾਮਦਾਸ ਦੀ ਤੀਰਥ ਯਾਤਰਾ ਰੱਬ ਨੇ ਪ੍ਰਵਾਨ ਕਰ ਲਈ। ਮੇਰੀ ਤਾਂ ਪਤਾ ਨਹੀਂ ਕਿਹੜੇ ਲੇਖੇ ਗਈ, ਪਰ ਰਾਮ ਜੀ ਨੇ ਆਪ ਉਸ ਨੂੰ ਤੀਰਥਾਂ ਦੇ ਦਰਸ਼ਨ ਕਰਾਏ ਅਤੇ ਇੱਥੇ ਸੇਵਾ ਕਰਾਈ। ਦੂਜੇ ਦਿਨ ਸਵੇਰੇ ਸ਼ਾਮਦਾਸ ਉਸ ਪਿੰਡ ਤੋਂ ਵਿਦਾ ਹੋਇਆ, ਪਰ ਤੋਰਨ ਤੋਂ ਪਹਿਲਾਂ ਉਸ ਘਰ ਵਾਲਿਆਂ ਨੇ 4 ਰੋਟੀਆਂ ਅਤੇ ਇੱਕ ਢੇਲੀ ਗੁੜ ਦੀ ਉਸਦੇ ਪੱਲੇ ਬੰਨ੍ਹ ਦਿੱਤੀ। 1 ਸਾਲ ਤੋਂ ਕੁਝ ਵੱਧ ਦਿਨ ਲਾ ਕੇ ਸ਼ਾਮਦਾਸ ਪਿੰਡ ਪਹੁੰਚਿਆ। ਜਦ ਆਪਣੇ ਘਰ ਵਿੱਚ ਵੜਿਆ ਤਾਂ ਉਸਦਾ ਪੁੱਤਰ ਨਹੀਂ ਸੀ। ਥੋੜ੍ਹੇ ਚਿਰ ਮਗਰੋਂ ਜਦ ਮੁੰਡਾ ਘਰ ਆਇਆ ਤਾਂ ਉਸਨੇ ਕੁਝ ਵਧੇਰੇ ਨਸ਼ਾ ਪੀਤਾ ਹੋਇਆ ਸੀ ਤੇ ਪਿਓ ਦੇ ਸਾਰੇ ਪ੍ਰਸ਼ਨਾਂ ਦੇ ਉਲਟੇ ਉੱਤਰ ਦੇਣ ਲੱਗਾ। ਸ਼ਾਮਦਾਸ ਨੂੰ ਯਕੀਨ ਹੋ ਗਿਆ ਕਿ ਮੁੰਡਾ ਪਿੱਛੋਂ ਖਰਾਬੀ ਕਰਦਾ ਰਿਹਾ ਹੈ। ਉਸਨੇ ਮੁੰਡੇ ਨੂੰ ਝਾੜ ਪਾਈ। ਅੱਗੋਂ ਮੁੰਡੇ ਹੋਰਾਂ ਦਾ ਪਾਰਾ ਤੇਜ਼ ਹੋ ਗਿਆ। ਉਹ ਬੋਲਿਆ, ਜੇ ਮੇਰੇ ਉੱਤੇ ਇਤਬਾਰ ਨਹੀਂ ਸੀ ਤਾਂ ਆਪ ਰਹਿੰਦੋ, ਆਪ ਕੰਮ ਕਰ ਦੋ। ਘਰ ਦਾ ਸਾਰਾ ਰੁਪਇਆ ਹੂੰਝ ਕੇ ਤੂੰ ਤੀਰਥਾਂ ਨੂੰ ਤੁਰ ਗਿਆ ਤੇ ਹੁਣ ਮੇਰੇ ਨਾਲ ਤਕਰਾਰ ਕਰਦਾ ਹੈ। ਇਸ ਗੱਲ ਤੇ ਸ਼ਾਮਦਾਸ ਨੇ ਨਾਰਾਜ਼ ਹੋ ਕੇ ਮੁੰਡੇ ਨੂੰ ਚਪੇੜ ਕੱਢ ਮਾਰੀ। ਅੱਗੋਂ ਮੁੰਡੇ ਨੇ ਵੀ ਪਿਓ ਦੀ ਦਾੜੀ ਨੂੰ ਹੱਥ ਪਾਇਆ। ਕੁਝ ਚੀਕ ਚਿਹਾੜਾ ਪਿਆ, ਪਰ ਲੋਕਾਂ ਨੇ ਆ ਕੇ ਪਿਓ ਪੁੱਤਰ ਨੂੰ ਛੁਡਾ ਦਿੱਤਾ। ਦੂਜੇ ਦਿਨ ਸਵੇਰੇ ਸ਼ਾਮਦਾਸ ਆਪਣੇ ਮਿੱਤਰ ਰਾਮਦਾਸ ਦਾ ਪਤਾ ਕਰਨ ਲਈ ਉਸਦੇ ਘਰ ਆਇਆ। ਅੱਗੋਂ ਰਾਮਦਾਸ ਦੀ ਬੁੱਢੀ ਤੀਵੀਂ ਡਿਓੜੀ ਵਿੱਚ ਬੈਠੀ ਸੀ। ਉਸਨੇ ਸ਼ਾਮਦਾਸ ਨੂੰ ਆਦਰ ਨਾਲ ਬਿਠਾਇਆ ਤੇ ਪੁੱਛਿਆ, ਸੁਣਾਓ ਜੀ, ਕੀ ਹਾਲ ਜੇ? ਤੀਰਥਾਂ ਤੋਂ ਸੁੱਖੀ ਸਾਂਦੀ ਤਾਂ ਵਾਪਸ ਆਏ ਹੋ? ਸ਼ਾਮਦਾਸ, ਹਾਂ ਰੱਬ ਦਾ ਸ਼ੁਕਰ ਹੈ, ਮੈਂ ਯਾਤਰਾ ਕਰ ਆਇਆ ਹਾਂ। ਭਰਾ ਰਾਮਦਾਸ ਤਾਂ ਰਾਹ ਵਿੱਚ ਹੀ ਵਿਛੜ ਗਿਆ ਸੀ। ਮੈਂ ਸੁਣਿਆ ਹੈ ਜੋ ਉਹ ਰਾਜੀ ਬਾਜੀ ਘਰ ਅੱਪੜ ਗਿਆ। ਬੁੱਢੀ ਮਾਈ ਨੇ ਲੰਬੀ ਵਾਰਤਾ ਸ਼ੁਰੂ ਕਰ ਦਿੱਤੀ। ਹਾਂ, ਮੁੜ ਆਇਆ ਸੀ। ਅਸੀਂ ਉਸ ਤੋਂ ਬਿਨਾਂ ਬਹੁਤ ਉਦਾਸ ਹੋ ਗਏ ਸਾਂ। ਉਸਨੇ ਬੜਾ ਚਿਰ ਲਾ ਦਿੱਤਾ। ਮੇਰੇ ਮੁੰਡੇ ਤਾਂ ਕਹਿਣ, ਬਾਪੂ ਤੋਂ ਬਿਨਾਂ ਘਰ ਦੀ ਰੌਣਕ ਹੀ ਨਹੀਂ ਹੈ। ਸ਼ੁਕਰ ਹੈ ਕਰਤਾਰ ਨੇ ਉਸਨੂੰ ਵਾਪਸ ਭੇਜ ਦਿੱਤਾ। ਤੀਰਥ ਯਾਤਰਾ ਤਾਂ ਪੂਰੀ ਨਹੀਂ ਹੋਈ, ਪਰ ਰਾਮ ਜੀ ਬਖਸ਼ਣਹਾਰ ਹੈ, ਉਹ ਆਪੇ ਮਿਹਰ ਕਰੇਗਾ। ਭਾਵੇਂ ਅੱਜ ਕੱਲ੍ਹ ਮੁੰਡਿਆਂ ਦਾ ਭਾਈਆ ਬੁੱਢਾ ਹੈ ਅਤੇ ਕੰਮ ਕੁਝ ਨਹੀਂ ਕਰਦਾ, ਪਰ ਫੇਰ ਵੀ ਉਸਦਾ ਸਾਨੂੰ 100 ਸੁੱਖ ਹੈ। ਜਦੋਂ ਦਾ ਘਰ ਆਇਆ ਹੈ ਸਾਰੇ ਘਰ ਨੂੰ ਚੰਨ ਚੜਿਆ ਹੋਇਆ ਹੈ। ਸ਼ਾਮਦਾਸ ਦੇ ਆਖਣ ਪਰ ਬੁੱਢੀ ਨੇ ਪਤੀ ਨੂੰ ਅੰਦਰੋਂ ਬੁਲਾਇਆ। ਜਦ ਉਹ ਬਾਹਰ ਆਇਆ ਤਾਂ ਉਸਦੀ ਐਨ ਮੈਨ ਉਹ ਸ਼ਕਲ ਸੀ ਜਿਹੜੀ ਹਰਿਦੁਆਰ ਤੇ ਬਦਰੀ ਨਾਰਾਇਣ ਸ਼ਾਮਦਾਸ ਨੇ ਵੇਖੀ ਸੀ। ਰਾਮਦਾਸ ਆਪਣੇ ਮਿੱਤਰ ਨੂੰ ਮਿਲ ਕੇ ਬਹੁਤ ਪ੍ਰਸੰਨ ਹੋਇਆ ਤੇ ਉਸਦੀ ਸੁੱਖ ਸਾਂਦ ਪੁੱਛਿਓ। ਸ਼ਾਮਦਾਸ, ਮਿੱਤਰ ਮੇਰੇ ਪੈਰ ਤਾਂ ਤੀਰਥ ਯਾਤਰਾ ਕਰ ਆਏ ਅਤੇ ਤੇਰੇ ਵਾਸਤੇ ਕੁਝ ਗੰਗਾ ਜਲ ਵੀ ਲੈ ਆਇਆ ਹਾਂ। ਤੂੰ ਮੇਰੇ ਘਰੋਂ ਆ ਕੇ ਲੈ ਜਾਵੀਂ। ਪਰ ਇਹ ਪਤਾ ਨਹੀਂ ਜੋ ਅਕਾਲ ਪੁਰਖ ਨੇ ਪ੍ਰਵਾਨ ਵੀ। ਰਾਮਦਾਸ, ਸ਼ੁਕਰ ਹੈ ਨਿਰੰਕਾਰ ਦਾ, ਜੈ ਗੰਗਾ ਮਾਈ ਦੀ। ਸ਼ਾਮਦਾਸ, ਮੇਰਾ ਸਰੀਰ ਤਾਂ ਤੀਰਥਾਂ ਤੇ ਗਿਆ, ਪਰ ਅਸਲੀ ਤੀਰਥ ਯਾਤਰਾ ਤਾਂ ਆਤਮਾ ਦੀ ਹੈ ਜਿਹੜੀ ਤੂੰ। ਰਾਮਦਾਸ, ਰੱਬ ਦੀਆਂ ਗੱਲਾਂ ਰੱਬ ਜਾਣੇ ਮਿੱਤਰਾ, ਤੂੰ ਬੜਾ ਵੱਡ ਭਾਗੀ ਹੈ। ਸ਼ਾਮਦਾਸ, ਆਪਣੀ ਵਾਪਸੀ ਤੇ ਮੈਂ ਉਸ ਘਰ ਠਹਿਰਿਆ ਸਾਂ ਜਿੱਥੇ ਤੂੰ ਪਾਣੀ ਪੀਣ ਗਿਆ ਸੀ।
ਰਾਮਦਾਸ ਤਰਬਕ ਕੇ, ਮਿੱਤਰਾ ਰੱਬ ਦੀਆਂ ਗੱਲਾਂ ਰੱਬ ਦੇ ਹਵਾਲੇ ਕਰ, ਆ ਅੰਦਰ ਬਹਿ, ਮੈਂ ਤੈਨੂੰ ਮੁੱਠੀਆਂ ਭਰਾਂ, ਤੂੰ ਪਵਿੱਤਰ ਯਾਤਰਾ ਤੋਂ ਆਇਆ ਹੈ। ਸ਼ਾਮਦਾਸ ਦਾ ਬੇਵਸਾ ਹੋਕਾ ਨਿਕਲ ਗਿਆ ਅਤੇ ਉਸਨੇ ਰਾਮਦਾਸ ਦੇ ਤੀਰਥਾਂ ਤੇ ਇਸ਼ਨਾਨ ਦਾ ਜਾਂ ਉਸ ਘਰ ਵਾਲਿਆਂ ਦੇ ਸ਼ੁਕਰ ਦਾ ਬਿਰਤਾਂਤ ਰਾਮਦਾਸ ਨੂੰ ਨਾ ਸੁਣਾਇਆ, ਪਰ ਆਪਣੇ ਮਨ ਵਿੱਚ ਉਹ ਸਮਝ ਗਿਆ ਕਿ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਾਵਾਂ, ਅਤੇ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਇਕ ਕਰੀ।